ਇਸ ਵਾਰੀ ਆਪਾਂ ਇੱਕ ਬਿਮਾਰੀ ਦੀ ਗੱਲ ਕਰਾਂਗੇ ਜਿਹੜੀ ਕਿ ਔਰਤਾਂ ਦੇ ਵਿੱਚ ਵੀ ਪਾਈ ਜਾ ਰਹੀ ਹੈ ਤੇ ਮਰਦਾਂ ਦੇ ਵਿੱਚ ਵੀ ਪਾਈ ਜਾ ਰਹੀ ਹੈ। ਇਸ ਬਿਮਾਰੀ ਦਾ ਨਾਮ ਹੈ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਤੇ ਇਹਨੂੰ ਸਰਵਾਈਕਲ ਕੈਂਸਰ ਵੀ ਕਹਿੰਦੇ ਨੇ। ਮੈਨੂੰ ਵੀ ਬੜੀ ਹੈਰਾਨੀ ਹੋਈ ਆ। ਸਰੀਰਕ ਸੰਬੰਧ ਬਣਾਏ ਜਾਣ, ਇਹ ਵਾਇਰਸ ਇੱਕ ਤੋਂ ਦੂਜੇ ਨੂੰ ਟ੍ਰਾਂਸਫਰ ਹੋ ਜਾਂਦਾ ਤਾਂ ਉੱਥੇ ਹੀ ਬੈਠਾ ਰਹਿੰਦਾ, ਭਾਵੇਂ 30 ਸਾਲ ਬੈਠਾ ਰਵੇ। ਸੋ ਜਦੋਂ ਵੀ ਉਹਨੂੰ ਮੌਕਾ ਮਿਲੇ ਉਹ ਆਪਾਂ ਦੱਸਾਂਗੇ ਕਿਵੇਂ ਇਹਨੂੰ ਫਿਰ ਕੈਂਸਰ ਵਿੱਚ ਤਬਦੀਲ ਹੁੰਦਾ ਹੈ। ਇਹਦੇ ਸ਼ੁਰੂਆਤੀ ਲੱਛਣ ਜੇ ਛੱਡ ਦਿੱਤੇ ਜਾਂ ਆਪਾਂ ਐਵੇਂ ਬੇਗੌਰੀ ਕਰ ਦਈਏ ਕੋਈ ਨਾ ਕੁਛ ਨਹੀਂ ਖਾਸ, ਫਿਰ ਦੇਖਾਂਗੇ, ਬਸ ਫਿਰ ਨਹੀਂ ਹੈ ਛੱਡਦੀ। ਇਹ ਫਿਰ ਮਤਲਬ ਪੁਰਸ਼ ਦੇ ਜ਼ਰੀਏ ਔਰਤ ਨੂੰ ਪਹੁੰਚਦੀ ਹੈ ਬਿਮਾਰੀ। ਨਾਮ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈ ਤੇ ਬਹੁਤ ਵੱਡੀ ਗਿਣਤੀ ਸਾਡੇ ਮੁੰਡਿਆਂ ਨੂੰ ਇਹ ਟੀਕਾ ਲਾਇਆ ਹੀ ਨਹੀਂ ਜਾਂਦਾ। ਨਾ ਕਰੇ ਕਿਸੇ ਨੂੰ ਵੀ ਇਹ ਬਿਮਾਰੀ ਹੋਵੇ, ਪਰ ਫਿਰ ਵੀ ਅਸੀਂ ਆਪਣੀਆਂ ਹੀ ਸਾਥਣਾਂ, ਆਪਣੀਆਂ ਹਾਨਣਾਂ, ਆਪਣੇ ਜਵਾਨ ਪੁੱਤਰਾਂ ਨੂੰ, ਆਪਣੇ ਪਤੀਆਂ ਨੂੰ, ਆਪਣੇ ਪਿਓਆਂ ਨੂੰ ਬਚਾਉਣਾ ਚਾਹੁੰਦੇ ਹਾਂ। ਜਿਸ ਥਾਂ ਤੋਂ ਅਸੀਂ ਇੱਕ ਕੈਂਸਰ ਵਰਗੀ ਚੀਜ਼ ਤੋਂ ਕਿਸੇ ਨੂੰ ਬਚਾ ਸਕਾਂਗੇ ਤਾਂ ਫਿਰ ਮੈਨੂੰ ਲੱਗਦਾ ਇਸ ਤੋਂ ਵੱਡਾ ਪੁੰਨ ਹੋ ਨਹੀਂ ਸਕਦਾ। ਜੇ ਮਨ ਤੰਦਰੁਸਤ ਤਾਂ ਤਨ ਵੀ ਤੰਦਰੁਸਤ। ਗੰਦਗੀ ਖਾਣ ਤੋਂ ਹਟ ਜਾਈਏ, ਬਿਮਾਰੀਆਂ ਹੀ ਨਹੀਂ ਹੋਣਗੀਆਂ। ਸਮੁੱਚੀ ਮਾਨਵਤਾ ਲਈ ਤੰਦਰੁਸਤ ਰਹੋ, ਹੱਸਦੇ ਰਹੋ, ਵਸਦੇ ਰਹੋ ਤੇ ਖੇੜੇ ਵੰਡੋ। ਸਤਿ ਸ੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇ ਨਾਲ ਜੁੜੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਸਭ ਨਾਲ ਹਰਸ਼ਰਨ ਕੌਰ, ਸਾਡੇ ਖਾਸ ਪ੍ਰੋਗਰਾਮ ਖਾਲਸ ਖਾਣਾ ਦੇ ਇੱਕ ਨਵੇਂ ਐਪੀਸੋਡ ਦੇ ਨਾਲ। ਤੇ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਇਕਲੌਤੇ ਮਹਿਮਾਨ, ਖਾਸ ਮਹਿਮਾਨ ਡਾਕਟਰ ਹਰਸ਼ਿੰਦਰ ਕੌਰ ਜੁੜਨਗੇ, ਜਿਹੜੇ ਕਿ ਬੱਚਿਆਂ ਦੇ ਰੋਗਾਂ ਦੇ ਮਾਹਿਰ ਨੇ ਅਤੇ ਐਲੋਪੈਥਿਕ ਡਾਕਟਰ ਨੇ ਤੇ ਸਮਾਜ ਸੇਵੀ ਕੰਮਾਂ ਦੇ ਵਿੱਚ ਵੀ ਜੁਟੇ ਰਹਿੰਦੇ ਨੇ। ਉਹਨਾਂ ਦਾ ਆਪਣਾ ਇੱਕ ਟਰਸਟ ਵੀ ਹੈ, ਹਰਸ਼ ਚੈਰੀਟੇਬਲ ਟਰਸਟ, ਜਿਹਦੇ ਰਾਹੀਂ ਉਹ ਪੰਜਾਬ ਦੀਆਂ ਜਿਹੜੀਆਂ ਬੱਚੀਆਂ ਨੇ, ਜਿਹੜੀਆਂ ਲੋੜਵੰਦ ਬੱਚੀਆਂ ਨੇ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਨੇ। ਸੋ ਖਾਲਸ ਖਾਣਾ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਸਾਡਾ ਹੁਣ ਮੈਨੂੰ ਲੱਗਦਾ ਕਿ ਕੰਮ ਹੀ ਬਣ ਗਿਆ, ਕਹਿ ਦਿੰਦੇ ਹਾਂ ਜਿਵੇਂ ਆਪਾਂ ਪੰਜਾਬੀ ਦੇ ਵਿੱਚ, ਕਿ ਸਾਨੂੰ ਮਾਫ਼ੀ ਮੰਗਣੀ ਪੈਂਦੀ ਹੈ ਕਿਉਂਕਿ ਅਸੀਂ ਹਰ ਐਤਵਾਰ ਤੁਹਾਡੇ ਨਾਲ ਜੁੜ ਨਹੀਂ ਸਕਦੇ, ਹਰ ਹਫ਼ਤੇ ਜੁੜ ਨਹੀਂ ਸਕਦੇ। ਪਿਛਲੇ ਕਈ 2-3 ਹਫ਼ਤਿਆਂ ਦਾ ਗੈਪ ਪੈ ਗਿਆ, ਸੋ ਮਾਫ਼ੀ ਚਾਹੁੰਦੇ ਹਾਂ ਹਰ ਵਾਰ ਦੀ ਤਰ੍ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਬਹੁਤ ਹੀ ਅਹਿਮ ਤੇ ਗੰਭੀਰ ਮੁੱਦੇ ਤੇ ਗੱਲਬਾਤ ਕਰਾਂਗੇ। ਉਂਝ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ ਕਿ ਖਾਲਸ ਖਾਣਾ ਦੇ ਵਿੱਚ ਜਿਹੜੀਆਂ ਖੁਰਾਕੀ ਵਸਤੂਆਂ ਸਾਨੂੰ ਮਿਲੀਆਂ ਹੋਈਆਂ ਨੇ, ਖੋਜਾਂ ਦੇ ਆਧਾਰ ਤੇ ਉਹਨਾਂ ਦੇ ਕੀ ਫਾਇਦੇ ਨੇ, ਕੀ ਨੁਕਸਾਨ ਨੇ। ਸੋ ਇਸ ਵਾਰੀ ਆਪਾਂ ਇੱਕ ਬਿਮਾਰੀ ਦੀ ਗੱਲ ਕਰਾਂਗੇ ਜਿਹੜੀ ਕਿ ਔਰਤਾਂ ਦੇ ਵਿੱਚ ਵੀ ਪਾਈ ਜਾ ਰਹੀ ਹੈ ਤੇ ਮਰਦਾਂ ਦੇ ਵਿੱਚ ਵੀ ਪਾਈ ਜਾ ਰਹੀ ਹੈ। ਉਹਦੇ ਕੀ ਲੱਛਣ ਹੁੰਦੇ ਨੇ, ਕਿਉਂ ਹੁੰਦੀ ਹੈ ਇਹ ਬਿਮਾਰੀ ਅਤੇ ਉਹਦਾ ਇਲਾਜ ਕੀ ਹੈ, ਇਹ ਆਪਾਂ ਸਾਰਾ ਜਾਣਾਂਗੇ। ਥੋੜਾ ਜਿਹਾ ਮੈਂ ਦੱਸ ਦਿੰਦੀ ਹਾਂ, ਬਾਕੀ ਡਾਕਟਰ ਸਾਹਿਬ ਆਪਾਂ ਨੂੰ ਦੱਸਣਗੇ, ਕਿਉਂਕਿ ਮੰਗ ਆਈ ਹੈ ਸਾਡੇ ਦਰਸ਼ਕਾਂ ਦੀ, ਕਈ ਥਾਵਾਂ ਤੋਂ ਮੰਗ ਆਈ ਹੈ, ਬੀਬੀਆਂ ਦੀ ਮੰਗ ਆਈ ਹੈ ਖਾਸ ਕਰਕੇ, ਪਰ ਇਹ ਮਰਦਾਂ ਦੇ ਨਾਲ ਵੀ ਜੁੜੀ ਹੋਈ ਹੈ, ਪੁਰਸ਼ਾਂ ਦੇ ਨਾਲ ਵੀ ਜੁੜੀ ਹੋਈ ਬਿਮਾਰੀ ਹੈ। ਇਸ ਬਿਮਾਰੀ ਦਾ ਨਾਮ ਹੈ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਤੇ ਇਹਨੂੰ ਸਰਵਾਈਕਲ ਕੈਂਸਰ ਵੀ ਕਹਿੰਦੇ ਨੇ। ਮੈਨੂੰ ਵੀ ਬੜੀ ਹੈਰਾਨੀ ਹੋਈ ਆ। ਆਪਾਂ ਡਾਕਟਰ ਸਾਹਿਬ ਤੋਂ ਜਾਣਾਂਗੇ ਕਿ ਸਰਵਾਈਕਲ ਤਾਂ ਆਮ ਤੌਰ ਤੇ ਆਪਾਂ ਨੂੰ ਪਤਾ ਹੈ ਕਿ ਆਪਾਂ ਇੰਨਾ ਕੁ ਜਾਣਦੇ ਹਾਂ ਕਿ ਸਿਰ ਦੇ ਨਾਲ ਤੇ ਗਰਦਨ ਦੇ ਨਾਲ ਜੁੜੀ ਹੋਈ ਇਹ ਬਿਮਾਰੀ ਹੈਗੀ ਹੈ, ਪਰ ਸਰਵਾਈਕਲ ਕੈਂਸਰ, ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਕਿਉਂ ਕਿਹਾ ਜਾਂਦਾ ਹੈ, ਸੋ ਇਹ ਸਾਰੀਆਂ ਚੀਜ਼ਾਂ ਆਪਾਂ ਜਾਣਾਂਗੇ। ਤੇ ਮੰਗ ਆਈ ਸੀ ਕਿ ਤੁਸੀਂ ਇਸ ਤੇ ਚਰਚਾ ਜ਼ਰੂਰ ਕਰੋ। ਸੋ ਸਾਡੇ ਖਾਸ ਮਹਿਮਾਨ ਡਾਕਟਰ ਹਰਸ਼ਿੰਦਰ ਕੌਰ ਜੁੜ ਚੁੱਕੇ ਨੇ ਸਾਡੇ ਨਾਲ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਖਾਸ ਪ੍ਰੋਗਰਾਮ ਖਾਲਸ ਖਾਣਾ ਦੇ ਵਿੱਚ। ਸਤਿ ਸ਼੍ਰੀ ਅਕਾਲ ਤੇ ਸਾਰੇ ਸੁਣਨ ਵਾਲਿਆਂ ਨੂੰ ਨਿੱਘੀ ਫਤਿਹ, ਤੇ ਰੱਬ ਕਰੇ ਇਸੇ ਤਰ੍ਹਾਂ ਹੀ ਤੁਸੀਂ ਹਮੇਸ਼ਾ ਵਾਂਗ ਹੋਰ ਤੇ ਹੋਰ ਤੇ ਹੋਰ ਬਿਜ਼ੀ ਹੁੰਦੇ ਜਾਓ। ਤੇ ਕੋਈ ਗੱਲ ਨਹੀਂ, ਆਪਣਾ ਪ੍ਰੋਗਰਾਮ ਭਾਵੇਂ ਲੇਟ ਹੋ ਜਾਏ ਪਰ ਸਾਨੂੰ ਖੁਸ਼ੀ ਹੁੰਦੀ ਹੈ ਕਿ ਸਾਡੀ ਹਰਸ਼ਰਨ ਦਿਨੋਂ ਦਿਨ ਲਗਾਤਾਰ ਲੋਕਾਂ ਦੀ ਚਹੇਤੀ ਬਣਦੀ ਜਾ ਰਹੀ ਹੈ। ਸੋ ਸਮਾਂ ਬਚਦਾ ਨਹੀਂ, ਇਹੋ ਅਰਦਾਸ ਕਰਦੇ ਹਾਂ ਸਮਾਂ ਕਦੇ ਵੀ ਨਾ ਬਚੇ। ਅਸੀਂ ਚੋਰੀ ਕਰਕੇ ਵਿੱਚ ਕਦੇ ਵੜ ਜਾ ਕਰਾਂਗੇ। ਬਿਲਕੁਲ ਬਿਲਕੁਲ ਡਾਕਟਰ ਸਾਹਿਬ। ਸੋ ਡਾਕਟਰ ਸਾਹਿਬ, ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਇਹੀ ਸਵਾਲ ਸਭ ਤੋਂ ਪਹਿਲਾਂ ਮਨ ਦੇ ਵਿੱਚ ਆਉਂਦਾ ਹੈ ਕਿ ਬਿਮਾਰੀ ਹੈ ਕੀ ਬੱਚੇਦਾਨੀ ਦੇ ਮੂੰਹ ਦਾ ਕੈਂਸਰ, ਤੇ ਇਹਦੇ ਕੀ ਲੱਛਣ ਹੁੰਦੇ ਨੇ, ਤੇ ਇਹਨੂੰ ਸਰਵਾਈਕਲ ਕੈਂਸਰ ਕਿਉਂ ਕਹਿੰਦੇ ਨੇ? ਦੇਖੋ, ਬੱਚੇਦਾਨੀ ਦੇ ਜੀ ਬਿਲਕੁਲ, ਬੱਚੇਦਾਨੀ ਦੇ ਮੂੰਹ ਨੂੰ ਸਰਵਿਕਸ ਕਿਹਾ ਜਾਂਦਾ ਹੈ। ਸੋ ਇਸੇ ਕਰਕੇ ਉਸ ਕੈਂਸਰ ਨੂੰ ਸਰਵਾਈਕਲ ਕੈਂਸਰ ਦਾ ਨਾਂ ਦਿੱਤਾ ਗਿਆ। ਪਰ ਆਮ ਭਾਸ਼ਾ ਜਦੋਂ ਲੋਕ ਬੋਲਦੇ ਨੇ ਮੈਨੂੰ ਸਰਵਾਈਕਲ ਹੋ ਗਿਆ, ਉਹ ਸੱਚ ਜਾਣਿਓ ਤਾਂ ਡਾਕਟਰ ਮੰਦ ਮੁਸਕਾ ਲੈਂਦੇ ਨੇ ਅੰਦਰ ਦਿਲ ਦੇ ਵਿੱਚ ਕਿ ਇਹਨਾਂ ਨੂੰ
ਕੀ ਆਖੀਏ ਹੁਣ ਕਿ ਉਹ ਵੱਖਰਾ ਹੈ ਥਾਂ, ਉਹ ਗਰਦਨ ਦੇ ਰੀੜ੍ਹ ਦੀ ਹੱਡੀ ਦੇ ਮਣਕੇ ਨੇ ਜੀ ਤੇ ਇਹ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈ। ਸੋ ਸਰਵਾਈਕਲ ਕੈਂਸਰ ਦਾ ਕੁਝ ਵੀ ਲੈਣਾ ਦੇਣਾ ਗਰਦਨ ਨਾਲ ਨਹੀਂ, ਇਹ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈ। ਹੁਣ ਜੀ ਮੈਂ ਵਾਕਈ ਤੁਹਾਡੇ ਨਾਲ ਸਹਿਮਤ ਹਾਂ ਕਿ ਬਹੁਤ, ਕਿਉਂਕਿ ਪੁਰਜ਼ੋਰ ਮੰਗ ਦੇ ਉੱਤੇ ਹੀ ਇਹ ਪ੍ਰੋਗਰਾਮ ਅਸੀਂ ਰੱਖ ਰਹੇ ਹਾਂ ਕਿ ਕੈਂਸਰ ਦੇ ਕੇਸ ਇਕੱਲੇ ਅਮਰੀਕਾ 'ਚ ਹੀ ਜਿਵੇਂ 13,000 ਜਾਂ ਸਾਡੇ ਮੁਲਕ ਵਿੱਚ ਉਸ ਤੋਂ ਕਈ ਗੁਣਾ ਉੱਪਰ ਹਰ ਸਾਲ ਨਵੇਂ ਕੇਸ ਆ ਰਹੇ ਨੇ, ਤੇ ਸਿਰਫ ਇੱਕ ਕਾਰਨ ਕਰਕੇ ਕਿ ਵੇਲੇ ਸਿਰ ਇਹ ਨਹੀਂ ਲੱਭੇ ਜਾਂਦੇ। ਤੇ ਜੀ ਵੱਡੀ ਗੱਲ ਇਹ ਵੀ ਹੈ ਕਿ ਸਾਡੇ ਗਰੀਬੀ ਚੱਬ ਗਈ ਸਾਡੇ ਬਹੁਤਿਆਂ ਨੂੰ, ਕਿ ਇਹ ਜਦੋਂ ਬਹੁਤੀ ਵੱਡੀ ਗਿਣਤੀ ਦੇ ਜਿਹੜੇ ਗਰੀਬ ਪਹੁੰਚ ਹੀ ਨਹੀਂ ਸਕਦੇ, ਸੋਚ ਹੀ ਨਹੀਂ ਸਕਦੇ ਵੀ ਅਸੀਂ ਵੱਡੇ ਹਸਪਤਾਲਾਂ 'ਚ ਕਿਤੇ ਟੈਸਟ ਕਰਾਉਣ ਪਹੁੰਚਾਂਗੇ ਜਾਂ ਪਹੁੰਚਾਂਗੇ। ਜੀ ਸੋ ਇਸ ਸਦਕਾ ਇਹ ਤਾਂ ਮਜਬੂਰੀ ਹੋ ਗਈ ਕਿ ਉਹ ਵਕਤ ਤੋਂ ਪਹਿਲਾਂ ਮੌਤ ਦੇ ਮੂੰਹ ਵੱਲ ਜਾਈ ਜਾਂਦੇ ਨੇ। ਸੋ ਇਸ ਕਰਕੇ ਬਿਹਤਰ ਹੈ ਕਿ ਸ਼ੁਰੂਆਤੀ ਸਮੇਂ ਹੀ ਜੇ ਅਸੀਂ ਲੱਭ ਸਕੀਏ ਤਾਂ ਇਹਦਾ ਇਲਾਜ ਵੀ ਹੈ। ਤੇ ਤੁਸੀਂ ਹੈਰਾਨ ਹੋਵੋਗੇ ਜੇ ਮੈਂ ਦੱਸਾਂ ਕਿ ਇਹ ਹੈ ਉਹ ਜਿਹਦਾ ਟੀਕਾ ਵੀ ਬਣ ਚੁੱਕਿਆ, ਯਾਨੀ ਇਸ ਤੋਂ ਬਚਾਅ ਵੀ ਹੋ ਸਕਦਾ ਇੱਕ ਟੀਕੇ ਨਾਲ ਹੀ, 2 ਜੋ ਟੀਕੇ ਲੱਗਦੇ ਨੇ। ਅੱਛਾ ਪਰ ਜੇ ਆਪਾਂ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਪਹਿਲਾਂ ਦੇ ਦਈਏ, ਕੀ ਸਲਾਹ ਤੁਸੀਂ ਮੈਨੂੰ ਦਿੰਦੇ ਹੋ? ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਉਹ ਜ਼ਰੂਰ ਦੱਸਣਾ ਚਾਹਾਂ ਕਿ ਜ਼ਰੂਰ ਇਹ ਜ਼ਰੂਰ ਹੁੰਦਾ ਡਾਕਟਰ ਸਾਹਿਬ, ਕਿਵੇਂ। ਕਿਉਂਕਿ ਬਿਲਕੁਲ ਹੁੰਦਾ ਕਿਵੇਂ ਹੈ, ਤੇ ਇਹ ਵੀ ਮੈਂ ਜਾਣਨਾ ਚਾਹੁੰਦੀ ਸੀ ਵੀ ਇਹ ਕੋਈ ਨਵੀਂ ਬਿਮਾਰੀ ਹੈ ਜਾਂ ਇਹ ਪਹਿਲਾਂ ਤੋਂ ਹੀ ਚੱਲੀ ਆ ਰਹੀ ਹੈ? ਨਹੀਂ, ਇਹ ਬਹੁਤ ਪਹਿਲਾਂ ਤੋਂ ਆ ਰਹੀ ਹੈ। ਅਸਲ 'ਚ ਵਾਇਰਸ ਕੀਟਾਣੂਆਂ ਦੇ ਹੱਲੇ ਤੋਂ ਇਹ ਸ਼ੁਰੂ ਹੁੰਦੀ ਜੇ। ਦੇਖੋ ਨਾ, ਕੋਵਿਡ ਨੇ ਸਾਨੂੰ ਹੁਣ ਸਮਝਾ ਦਿੱਤਾ ਹੈ ਕਿ ਵਾਇਰਸ ਬਿਲਕੁਲ ਆਮ ਹਮੇਸ਼ਾ ਗਲਾ ਖੰਘ ਦੀ ਹੋਈ ਨਹੀਂ ਹੁੰਦੀ, ਬਹੁਤ ਹੋਰ ਵੀ ਤਰ੍ਹਾਂ ਦੀ ਇਹ ਬਿਮਾਰੀ ਕਰ ਸਕਦੀ ਹੁੰਦੀ ਹੈ। ਜੀ ਤੇ ਇਹਦੇ ਵਿੱਚ ਵੀ ਤੁਸੀਂ ਹੈਰਾਨ ਹੋਗੇ ਕਿ 40 ਕਿਸਮਾਂ ਨੇ ਇਸ ਵਾਇਰਸ ਦੀਆਂ, ਜੋ ਕਿ ਹਿਊਮਨ ਪੈਪਿਲੋਮਾ ਵਾਇਰਸ ਹੈ, ਜਿਸ ਤੋਂ ਇਹ ਬਿਮਾਰੀ ਸ਼ੁਰੂ ਹੁੰਦੀ ਜੇ। ਜੀ ਤੇ ਪਰ ਉਹ ਵਾਇਰਸ ਵੀ ਕਮਾਲ ਹੀ ਹੈ ਕਿ ਕਈ ਸਾਲ ਯਾਨੀ ਬੈਠਾ ਰਹਿ ਸਕਦਾ, ਕੁਝ ਵੀ ਨਹੀਂ ਕਰਦਾ, ਇੰਨਾ ਇਹ ਆਰਾਮ ਨਾਲ ਟਿਕ ਕੇ ਬਹਿਣ ਵਾਲਾ ਜੇ। ਪਰ ਇੱਕ ਹੋਰ ਮੈਂ ਗੰਭੀਰ ਗੱਲ ਦੱਸਣਾ ਚਾਹੁੰਦੀ ਹਾਂ ਕਿ ਸਿਰਫ ਇੱਕ ਵਾਰ, ਯਾਨੀ ਪਹਿਲੀ ਵਾਰ ਜਦੋਂ ਵੀ ਸਰੀਰਕ ਸੰਬੰਧ ਬਣਾਏ ਜਾਣ, ਇਹ ਵਾਇਰਸ ਇੱਕ ਤੋਂ ਦੂਜੇ ਨੂੰ ਟਰਾਂਸਫਰ ਹੋ ਜਾਂਦਾ ਤੇ ਉੱਥੇ ਹੀ ਬੈਠਾ ਰਹਿੰਦਾ, ਭਾਵੇਂ 30 ਸਾਲ ਬੈਠਾ ਰਵੇ। ਸੋ ਜਦੋਂ ਵੀ ਉਹਨੂੰ ਮੌਕਾ ਮਿਲੇ, ਉਹ ਆਪਾਂ ਦੱਸਾਂਗੇ ਕਿਵੇਂ ਇਹਨੂੰ ਫਿਰ ਕੈਂਸਰ ਵਿੱਚ ਤਬਦੀਲ ਹੁੰਦਾ। ਜੀ ਸੋ ਉਹ ਅਸਲ 'ਚ ਬਹੁਤੀਆਂ ਤਾਂ ਇਹਨਾਂ 'ਚੋਂ ਕਿਸਮਾਂ ਨੇ ਜਿਹੜੀਆਂ ਚਮੜੀ ਦੇ ਉੱਤੇ ਹੀ ਪਈਆਂ ਰਹਿੰਦੀਆਂ ਨੇ। ਠੀਕ ਹੈ। ਸੋ ਜਦੋਂ ਇਹ ਕਰੋਨਿਕ ਬਣ ਜਾਣ, ਬੱਚੇਦਾਨੀ ਦੇ ਰਾਹ 'ਚ ਅੰਦਰ ਲੰਘ ਜਾਣ, ਉਹਦੇ ਮੂੰਹ ਦੇ ਸੈੱਲ ਜਿਵੇਂ ਆਪਾਂ ਸਰਵਿਕਸ ਦੇ ਵਿੱਚ ਤਬਦੀਲੀ ਕਰ ਦੇਣ, ਕਾਫੀ ਸਮਾਂ ਲਾਉਂਦੀਆਂ ਨੇ, ਯਾਨੀ ਫਿਰ ਉਹ ਕੈਂਸਰ ਬਣਦੀ ਹੈ। ਤੇ ਇਹਦੇ ਸ਼ੁਰੂਆਤੀ ਲੱਛਣ ਜੇ ਛੱਡ ਦਿੱਤੇ ਜਾਂ ਆਪਾਂ ਐਵੇਂ ਬੇਗੌਰੀ ਕਰ ਦਈਏ, ਕੋਈ ਨਾ ਕੁਛ ਨਹੀਂ ਖਾਸ, ਫਿਰ ਦੇਖਾਂਗੇ, ਬਸ ਫਿਰ ਨਹੀਂ ਇਹ ਛੱਡਦੀ। ਸੋ ਆਪਾਂ ਕੁਝ ਲੱਛਣ ਜ਼ਰੂਰ ਦੱਸ ਦਈਏ ਜੀ ਕਿ ਜੇ ਬਦਬੂਦਾਰ ਪਾਣੀ ਪੈ ਰਿਹਾ ਹੋਵੇ, ਜਾਂ ਮਾਹਵਾਰੀ ਤੋਂ ਪਹਿਲਾਂ ਜਾਂ ਬਾਅਦ ਲਹੂ ਪਵੇ, ਜਾਂ ਮਾਹਵਾਰੀ ਬੰਦ ਹੋ ਜਾਣ ਤੋਂ ਬਾਅਦ ਫਿਰ ਲਹੂ ਪੈ ਜਾਵੇ, ਜੀ ਜਾਂ ਫਿਰ ਸਰੀਰਕ ਸੰਬੰਧਾਂ ਵੇਲੇ ਭਾਵੇਂ ਹਲਕਾ ਹੀ ਲੱਗੇ ਲਹੂ ਲੱਗਿਆ ਹੋਣਾ, ਇਹ ਲੱਛਣ ਜੇ ਇੰਨੇ ਕਿ ਅਸੀਂ ਸਮਝ ਲਈਏ ਕਿ ਇਹ ਇੱਕਦਮ ਟੈਸਟ ਕਰਾ ਕੇ ਤੇ ਇੱਕਦਮ ਇਲਾਜ ਦੀ ਲੋੜ ਹੈ। ਕਿਉਂਕਿ ਕਈ ਵਾਰ ਪ੍ਰੀ ਕੈਂਸਰਸ ਸਿਚੁਏਸ਼ਨ ਹੁੰਦੀ ਹੈ ਜਿੱਥੇ ਬਸ ਓਨੀ ਕੁ ਥਾਂ ਨੂੰ ਸਾੜ ਦੇਣ ਨਾਲ ਹੀ ਉਹ ਖਤਮ ਹੋ ਜਾਂਦਾ, ਅੱਗੋਂ ਕੈਂਸਰ ਬਣਦਾ ਹੀ ਨਹੀਂ। ਜੀ ਹੁਣ ਇੱਕ ਜ਼ਰੂਰ ਦੱਸ ਦੇਵਾਂ ਕਿ ਜਿਵੇਂ ਮੈਂ ਦੱਸਿਆ ਸੀ, ਸਰੀਰਕ ਸੰਬੰਧਾਂ ਨਾਲ ਆਪਾਂ ਨੂੰ ਕਈ ਵਾਰ ਇਹ ਵਹਿਮ ਹੋ ਜਾਂਦਾ ਕਿ ਜੇ ਜਿਨ੍ਹਾਂ ਨੇ ਕੋਈ ਪ੍ਰੀਕਾਸ਼ਨ ਲਈ ਹੈ, ਯਾਨੀ ਕੰਡੋਮ ਵਰਤਿਆ, ਤਾਂ ਸ਼ਾਇਦ ਇਹ ਉੱਥੇ ਜਾਏਗਾ ਨਹੀਂ। ਇਹੋ ਜਿਹੀ ਗੱਲ ਨਹੀਂ ਹੈ। 100% ਪ੍ਰੋਟੈਕਸ਼ਨ ਉਹਦੇ ਨਾਲ ਵੀ ਨਹੀਂ ਹੁੰਦੀ। ਸੋ ਇਹਦਾ ਮਤਲਬ ਹੈ ਕਿ ਇਹਦਾ ਤਾਂ ਖਤਰਾ ਹੈ ਹੀ ਹੈ ਕਿ ਦੂਜੇ ਪਾਸੇ ਜਾਣਾ। ਹੁਣ ਆਪਾਂ ਗੱਲ ਕੀਤੀ ਸੀ ਕਿ ਕਿਵੇਂ ਮਰਦਾਂ ਵਿੱਚ ਵੀ ਇਸ ਦਾ ਕੈਂਸਰ ਦਿਸਣਾ ਸ਼ੁਰੂ ਹੋਇਆ, ਕਿਉਂਕਿ ਇਹ ਇੱਕ ਤੋਂ ਦੂਜੇ ਸਰੀਰ ਵੱਲ ਜਾਂਦੀ, ਸਗੋਂ ਨਾ ਸਿਰਫ ਬੱਚੇ ਦੇ ਮਰਦਾਨਾ ਅੰਗ ਰਾਹੀਂ ਬਲਕਿ ਉਹਨਾਂ ਦੇ ਮੂੰਹ ਅੰਦਰਲੇ ਵੀ ਕਈ ਕੈਂਸਰ ਕਈ ਕਿਸਮਾਂ ਦੇ ਦੇਖੇ ਜਾ ਚੁੱਕੇ ਨੇ ਇਸੇ ਵਾਇਰਸ ਸਦਕਾ। ਜੀ ਸੋ ਡਾਕਟਰ ਸਾਹਿਬ, ਇਹ ਯਾਨੀ ਦੋਨੋਂ ਨੂੰ ਹੀ ਬਰਾਬਰ ਦਾ ਹੀ ਇਹਦਾ ਖਤਰਾ ਹੈ। ਸੋ ਦੋਨਾਂ ਨੂੰ ਹੀ ਪ੍ਰੀਕਾਸ਼ਨਸ ਇਮੀਡੀਏਟਲੀ ਲੈਣੀਆਂ ਚਾਹੀਦੀਆਂ। ਮੇਰਾ ਕਹਿਣ ਦਾ ਭਾਵ ਇਹ ਸੀ ਕਿ ਬਹੁਤ ਸਾਰੇ ਅਸੀਂ ਦੇਖੇ ਨੇ ਪਤੀ ਜਿਹੜੇ ਇਹੋ ਜਿਹੀਆਂ ਚੀਜ਼ਾਂ ਦੀ ਬੇਗੌਰੀ ਕਰ ਜਾਂਦੇ ਨੇ, ਕੋਈ ਨਾ ਔਰਤ ਨੂੰ ਖੂਨ ਹੀ ਪੈ ਰਿਹਾ, ਕੋਈ ਨਾ ਦੇਖਾਂਗੇ, ਅਜੇ ਨਹੀਂ ਵਕਤ ਹੈ, ਅਜੇ ਨਹੀਂ ਹੈ ਪੈਸਾ।
ਤਾਂ ਦੱਸਦੇ ਆ ਵੀ ਉਹ ਬਰਾਬਰ ਦੋਨਾਂ ਨੂੰ ਹੀ ਖਤਰਾ ਜੇ। ਸੋ ਇਹਦੇ ਇੱਕਦਮ ਸ਼ੁਰੂਆਤੀ ਲੱਛਣ ਤੁਰੰਤ ਇਹਨਾਂ ਦਾ ਟੈਸਟ ਇਲਾਜ ਕਰਨ ਦੀ ਲੋੜ ਹੈ, ਨਹੀਂ ਤਾਂ ਇਹ ਸ਼ੁਰੂਆਤੀ ਦੌਰ ਵਿੱਚ ਇਹ ਕੈਂਸਰ ਦੇ ਸੈੱਲਾਂ ਦੀਆਂ ਜੜ੍ਹਾਂ ਤੇਜ਼ੀ ਨਾਲ ਨਹੀਂ ਫੈਲਦੀਆਂ। ਜੀ ਡਾਕਟਰ ਸਾਹਿਬ। ਪਰ ਜੇ ਸਮਾਂ ਲੰਘਾ ਦਿੱਤਾ ਜਾਏ ਤਾਂ ਫਿਰ ਇਹ ਨਾ ਸਿਰਫ ਆਲੇ ਦੁਆਲੇ ਬਲਕਿ ਸਾਰੇ ਸਰੀਰ ਅੰਦਰ ਹੀ ਫੈਲ ਜਾਂਦਾ। ਆਪਾਂ ਇਹ ਦੱਸ ਦਈਏ ਕਿ ਨਾ ਔਰਤਾਂ ਨੂੰ ਪਹਿਲਾਂ ਤਾਂ ਇਹ ਖਤਰਾ ਵੱਧ ਹੁੰਦਾ। ਜੀ ਬਿਲਕੁਲ। ਦੇਖੋ, ਜਿਹੜੀਆਂ ਔਰਤਾਂ ਸਿਗਰਟ ਵਾਧੂ ਪੀਂਦੀਆਂ ਹੋਣ, ਸ਼ਰਾਬ ਵਾਧੂ ਪੀਂਦੀਆਂ ਹੋਣ, ਫਿਰ ਜਿਨ੍ਹਾਂ ਨੇ ਵੱਧ ਬੱਚੇ ਜੰਮੇ ਹੋਣ, ਯਾਨੀ 10 ਜੰਮ ਛੱਡੇ, 6 ਜੰਮ ਛੱਡੇ, ਇਸ ਤਰ੍ਹਾਂ ਉਹਨਾਂ ਨੂੰ ਵੱਧ ਖਤਰਾ ਜੇ। ਫਿਰ ਜਿਨ੍ਹਾਂ ਨੇ ਗਰਭ ਰੋਕੂ ਗੋਲੀਆਂ ਲੰਮੇ ਸਮੇਂ ਤੱਕ ਖਾਧੀਆਂ ਹੋਣ ਜੀ, ਫਿਰ ਜੇ ਤੁਸੀਂ ਲੰਬੇ ਸਮੇਂ ਤੱਕ ਸਟੀਰੋਇਡ ਖਾਦੇ ਹੋਣ, ਏਡਜ਼ ਦੀ ਬਿਮਾਰੀ ਹੋਵੇ, HIV ਵਾਇਰਸ ਨਾਲ ਹੋਵੇ, ਇਮਿਊਨ ਸਿਸਟਮ ਡਾਊਨ ਹੋ ਗਿਆ ਹੋਵੇ, ਜਾਂ ਫਿਰ ਉਹ ਔਰਤਾਂ ਜਿਨ੍ਹਾਂ ਨੂੰ ਮਜਬੂਰੀ ਵਸ ਕਈਆਂ ਥਾਈਂ ਜਾਂ ਕੁਝ ਸ਼ੌਕੀਆ ਆਪਣੀ ਮਰਜ਼ੀ ਨਾਲ ਜਦੋਂ ਅਨੇਕ ਜਣਿਆਂ ਨਾਲ ਵੱਖੋ ਵੱਖ ਜਣਿਆਂ ਨਾਲ ਸੰਬੰਧ ਬਣਾਉਣ ਲੱਗ ਜਾਣ ਤਾਂ ਉਹ ਬੜੀਆਂ ਥਾਵਾਂ ਤੋਂ ਵਾਇਰਸ ਫਿਰ ਆ ਜਾਂਦੀ ਹੈ ਜੋ ਕਿ ਕੈਂਸਰ ਦੀ ਸ਼ੁਰੂਆਤ ਕਰ ਸਕਦੀ ਹੈ। ਜੀ। ਸੋ ਹੁਣ ਤੁਸੀਂ ਦੱਸੋ, ਜੇ ਇਹਦੇ ਲੱਭਣ ਦੇ ਛੇਤੀ ਢੰਗ ਦੱਸ ਦਈਏ ਤਾਂ ਕੀ ਖਿਆਲ ਹੈ? ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਲੱਭਣ ਦੇ ਢੰਗ ਤਾਂ ਸਾਰੇ ਸੁਣਨ ਲਈ ਉਤਾਵਲੇ ਹੋਣਗੇ, ਤੇ ਉਹ ਜ਼ਰੂਰ ਤੁਸੀਂ ਦੱਸੋ ਵੀ ਕਿਵੇਂ ਪਤਾ ਲੱਗਦਾ ਹੈ। ਦੇਖੋ, ਬਹੁਤ ਸਿੰਪਲ ਜਿਹਾ ਟੈਸਟ ਜੇ ਇੱਕ ਪੈਪ ਸਮੀਅਰ ਅਸੀਂ ਕਹਿੰਦੇ ਆ, ਜਿਹਦਾ ਮਤਲਬ ਹੈ ਕਿ ਤੁਸੀਂ ਇੱਕ ਸਟਿਕ ਦੇ ਉੱਤੇ ਅੱਗੇ ਸਿਰੇ ਤੇ ਰੂੰ ਲੱਗਿਆ ਹੋਣਾ ਤੇ ਉਹਦੇ ਨਾਲ ਤੁਸੀਂ ਬੱਚੇਦਾਨੀ ਦੇ ਮੂੰਹ ਤੋਂ ਲੈਣਾ ਥੋੜਾ ਜਿਹਾ ਹਿੱਸਾ, ਜਿਹਦੇ ਨਾਲ ਉੱਥੋਂ ਸੈੱਲ ਚੁੱਕਣੇ ਨੇ, ਜਿਨ੍ਹਾਂ ਨੂੰ ਸਲਾਈਡ ਦੇ ਉੱਤੇ ਫਿਰ ਟੈਸਟ ਕਰਕੇ ਤੇ ਤੁਸੀਂ ਇਹ ਲੈਬੋਰੇਟਰੀ ਵਿੱਚ ਆਮ ਹੀ ਕਰਵਾਇਆ ਜਾ ਸਕਦਾ ਹੈ। ਯਾਨੀ ਕੁਝ ਵੀ ਨਾ ਤਾਂ ਮਹਿੰਗਾ ਹੈ ਤੇ ਨਾ ਹੀ ਕੋਈ ਪੀੜ ਕਰਨ ਵਾਲਾ, ਨਾ ਹੀ ਕੋਈ, ਯਾਨੀ ਇਹਦੇ ਚ ਕੋਈ ਪ੍ਰੋਬਲਮ ਨਹੀਂ ਜੀ। ਉਹਦੇ ਲਈ ਵਿਸ਼ਵ ਪੱਧਰ ਤੇ ਕਿਹਾ ਜਾਂਦਾ ਹੈ ਕਿ 21 ਤੋਂ 31 ਸਾਲਾਂ ਦੀ ਉਮਰ ਦੀ ਔਰਤ ਦਾ ਹਰ 3 ਸਾਲਾਂ ਬਾਅਦ ਟੈਸਟ ਹੋਣਾ ਚਾਹੀਦਾ ਜੀ, ਤੇ 31 ਤੋਂ 65 ਸਾਲਾਂ ਤੱਕ ਹਰ 5 ਸਾਲ ਬਾਅਦ ਇਹ ਟੈਸਟ ਜ਼ਰੂਰ ਕਰਾ ਲੈਣਾ ਚਾਹੀਦਾ, ਖਾਸ ਤੌਰ ਤੇ ਉਹਨਾਂ ਔਰਤਾਂ ਲਈ ਜੇ ਉਹ 21 ਤੱਕ ਵਿਆਹੀਆਂ ਗਈਆਂ ਨੇ ਜਾਂ ਉਹਨਾਂ ਦੇ ਸਰੀਰਕ ਸੰਬੰਧ ਬਣਾਏ ਨੇ। ਜੇ ਨਹੀਂ ਤਾਂ ਫਿਰ ਉਸ ਤੋਂ ਲੇਟ ਤੱਕ ਵੀ ਤੁਸੀਂ ਇਹ ਕਰ ਸਕਦੇ ਹੋ। ਹੁਣ ਇੱਕ ਜੋ ਮੈਂ ਦੱਸਿਆ ਸੀ ਕਿ ਟੀਕਾ ਵੀ ਹੈ ਜੋ ਇਸ ਤੋਂ ਬਚਾ ਦਿੰਦਾ ਹੈ ਸਾਨੂੰ, ਇਹ ਟੀਕਾ ਲਾਉਣ ਨਾਲ, ਪਰ ਉਸ ਤੋਂ ਬਾਅਦ ਵੀ ਕੁਝ ਕੁ ਫੀਸਦ ਨੂੰ, ਜਿਵੇਂ ਆ ਜਿਹੜੀਆਂ ਮੈਂ ਦੱਸੀਆਂ ਜਿਨ੍ਹਾਂ ਨੂੰ ਖਤਰਾ ਵੱਧ ਹੈ, ਤਾਂ ਉਹ ਹੁਣ ਕਈ ਵਾਰ ਕੀ ਹੁੰਦਾ ਹੈ ਕਿ ਔਰਤ ਨੂੰ ਨਹੀਂ ਪਤਾ ਪਰ ਉਹਦਾ ਪਤੀ ਕਈਆਂ ਨਾਲ ਬਾਹਰ ਸਰੀਰਕ ਸੰਬੰਧ ਬਣਾ ਕੇ ਆ ਕੇ ਤੇ ਫਿਰ ਉਹਦੇ ਨਾਲ ਵੀ ਬਣਾਉਂਦਾ, ਤਾਂ ਉਹ ਖਤਰਾ ਵੀ ਔਰਤ ਨੂੰ, ਭਾਵੇਂ ਉਹ ਕਿਸੇ ਹੋਰਨਾਂ ਨਾਲ ਨਹੀਂ ਵੀ ਬਣਾ ਰਹੀ, ਤਾਂ ਉਹ ਅਲੱਗ-ਅਲੱਗ ਕਿਸਮ ਦੀਆਂ ਵਾਇਰਸਿਸ ਉਹਦੇ ਸਰੀਰ ਅੰਦਰ ਵੜ ਸਕਦੀਆਂ। ਸੋ ਇਹ ਖਤਰਾ ਔਰਤ ਨੂੰ ਰਹਿੰਦਾ ਹੀ ਹੈ, ਇਸ ਕਰਕੇ ਪੈਪ ਸਮੀਅਰ ਟੈਸਟ ਜ਼ਰੂਰੀ ਕਰਾ ਲੈਣਾ ਚਾਹੀਦਾ। ਤੇ ਜੇ ਉਸ ਚ ਹਲਕਾ ਜਿਹਾ ਵੀ ਨੁਕਸ ਤੁਹਾਨੂੰ ਲੈਬੋਰੇਟਰੀ ਚੋਂ ਦੱਸਦੇ ਨੇ, ਇੱਕਦਮ ਡਾਕਟਰੀ ਚੈੱਕਅਪ ਕਰਵਾਓ, ਤਾਂ ਕਿ ਉਸ ਤੋਂ ਬਾਅਦ ਅੱਗੋਂ ਕੁਝ DNA ਟੈਸਟ ਵੀ ਹੁੰਦੇ ਨੇ ਜਿਨ੍ਹਾਂ ਨਾਲ ਵਾਇਰਸ ਛੇਤੀ ਚੈੱਕ ਕੀਤੀ ਜਾਂਦੀ ਹੈ। ਫਿਰ ਕਈ ਵਾਰ ਬਿਓਪਸੀ ਲੈਣੀ ਪੈਂਦੀ ਹੈ ਜਦੋਂ ਲੱਗੇ ਵੀ ਇਹ ਸ਼ੱਕ ਜਿਹਾ ਹੋਵੇ ਵੀ ਹੈ ਕਿ ਨਹੀਂ। ਉਹ ਬੱਚੇਦਾਨੀ ਦੇ ਇਸੇ ਤਰ੍ਹਾਂ ਮੂੰਹ ਦਾ ਮਾੜਾ ਜਿਹਾ ਪੀਸ ਲੈ ਕੇ ਉੱਥੋਂ ਟੈਸਟ ਹੋ ਜਾਂਦਾ। ਉੱਥੋਂ ਜ਼ਰੂਰੀ ਹੁੰਦਾ ਵੀ ਸਟੇਜਿੰਗ ਕੀਤੀ ਜਾ ਸਕੇ ਕਿ ਜੇ ਕੈਂਸਰ ਸ਼ੁਰੂ ਹੋ ਗਿਆ ਤਾਂ ਸਟੇਜ 1 2 3 4 ਐਂਡ 4 ਸਟੇਜਿਸ ਵਿੱਚ ਕਿ ਕਿਹੜੀ ਸਟੇਜ ਹੈ। ਜਿੰਨੀ ਅਰਲੀ ਸਟੇਜ ਹੋਏ ਓਨਾ ਕਿਉਰ ਹੋਣ ਦਾ ਜ਼ਿਆਦਾ ਹੁੰਦਾ, ਜਿੰਨੀ ਲੇਟ ਹੋ ਜਾਏ ਓਨਾ ਹੀ ਇਹਦਾ ਫਿਰ ਅੱਗੋਂ ਖਤਰਾ ਯਾਨੀ ਮੌਤ ਵੱਲ ਨੂੰ ਮੂੰਹ ਜ਼ਿਆਦਾ ਜਾਣਾ ਸ਼ੁਰੂ ਹੋ ਜਾਂਦਾ। ਤੇ ਡਾਕਟਰ ਸਾਹਿਬ, ਇੱਕ ਸਵਾਲ ਮੇਰੇ ਮਨ ਚ ਆ ਰਿਹਾ ਸੀ ਤੁਹਾਡੀਆਂ ਗੱਲਾਂ ਦੱਸਦੇ ਕਿ ਇਹ ਫਿਰ ਮਤਲਬ ਪੁਰਸ਼ ਦੇ ਜ਼ਰੀਏ ਔਰਤ ਨੂੰ ਪਹੁੰਚਦੀ ਹੈ ਬਿਮਾਰੀ? ਬਿਲਕੁਲ, ਔਰਤ ਤੋਂ ਮਰਦ ਵੱਲ ਜਾਂ ਮਰਦ ਤੋਂ ਔਰਤ ਵੱਲ ਪਹਿਲੀ ਵਾਰ ਸਰੀਰਕ ਸੰਬੰਧ ਬਣਾਇਆ ਕਿਉਂਕਿ ਚਮੜੀ ਤੇ ਬੈਠੇ ਨੇ, ਸੋ ਇੱਕ ਦੂਜੇ ਤੋਂ ਇਹ ਅਗਾਂਹ ਫੈਲਣੇ ਸ਼ੁਰੂ ਹੋ ਜਾਂਦੇ ਨੇ। ਸੋ ਇਸੇ ਲਈ ਅੰਦਰ ਜਾਣ ਦਾ, ਕਿਉਂਕਿ ਰਾਹ ਹੀ ਸਰੀਰਕ ਸੰਬੰਧ ਉਹਨਾਂ ਰਾਹੀਂ ਹੀ ਜਾਣਾ, ਸੋ ਇਸੇ ਲਈ ਉਸ ਤਰ੍ਹਾਂ ਪਹਿਲੀ ਵਾਰੀ ਆਦਾਨ ਪ੍ਰਦਾਨ ਇਸ ਵਾਇਰਸ ਦਾ ਹੋ ਜਾਂਦਾ, ਭਾਵੇਂ ਦੋਨਾਂ ਚੋਂ ਇੱਕ ਨੂੰ ਹੀ ਹੋਵੇ। ਸੋ ਅਗਾਂਹ ਤੁਰਦਾ ਤੁਰਦਾ ਫਿਰ ਉਹ ਕਿਤੇ ਵੀ ਪਹੁੰਚ ਸਕਦਾ। ਹੁਣ ਇਹਦੇ ਵਿੱਚ ਇੱਕ ਥੋੜਾ ਬਹੁਤ ਜੇ ਆਪਾਂ ਇਲਾਜ ਸਮਝਾ ਦਈਏ ਤਾਂ ਮੇਰਾ ਖਿਆਲ ਹੈ ਉਹ ਵੀ ਲੋਕਾਂ ਨੂੰ ਸਮਝ ਆ ਜਾਏਗੀ ਕਿ ਪਹਿਲੀ ਜਾਂ ਦੂਜੀ ਸਟੇਜ ਦਾ ਜੇ ਹੋਵੇ ਤਾਂ ਆਪਰੇਸ਼ਨ ਕਰਕੇ ਇਸ ਕੈਂਸਰ ਨੂੰ ਪੂਰੀ ਤਰ੍ਹਾਂ ਕੱਢਿਆ ਜਾ ਸਕਦਾ। ਉਸ ਚ ਬੱਚੇਦਾਨੀ ਵੀ ਕੱਢਣੀ ਪੈਂਦੀ ਹੈ, ਉਹਦੇ ਵਿੱਚ ਆਲੇ ਦੁਆਲੇ ਦਾ ਕੋਈ ਗੰਢ ਨਾ ਹੋਵੇ,
ਫਿਰ ਓਵਰੀਜ਼ ਯਾਨੀ ਅੰਡਕੋਸ਼ ਉਹਦਾ ਵੀ ਕਈ ਵਾਰ ਨਾਲ ਹੀ। ਸੋ ਮਤਲਬ ਇਹ ਹੁੰਦਾ ਵੀ ਕੋਈ ਵੀ ਅੰਸ਼ ਵਿੱਚ ਰਵੇ ਨਾ, ਕੈਂਸਰ ਖਤਮ ਕਰਨਾ ਹੀ ਕਰਨਾ। ਜੀ ਡਾਕਟਰ ਸਾਹਿਬ, ਬਿਲਕੁਲ ਇਲਾਜ ਦੱਸਣਾ ਤਾਂ ਬੜਾ ਜ਼ਰੂਰੀ ਹੈ। ਹੁਣ ਹੁੰਦਾ ਕੀ ਹੈ ਵੀ ਕਈ ਵਾਰ ਤੁਹਾਨੂੰ ਲੱਗਦਾ ਵੀ ਬਾਹਰ ਗਿਆ ਹੋਏਗਾ, ਅਜੇ ਵੀ ਕੋਈ ਸ਼ੱਕ ਰਹਿ ਗਿਆ ਹੋਵੇ, ਰੇਡੀਏਸ਼ਨ ਵੀ ਹੁੰਦੀ ਜੇ, ਕੀਮੋਥੈਰੇਪੀ ਦੀਆਂ ਦਵਾਈਆਂ ਵੀ ਹੁੰਦੀਆਂ ਜੇ, ਉਹਨਾਂ ਦੇ ਨਾਲ ਫਿਰ ਕੁਝ ਸਾਈਡ ਇਫੈਕਟਸ ਜ਼ਰੂਰ ਦਿਸਦੇ ਨੇ, ਜਿਨ੍ਹਾਂ ਵਿੱਚ ਥਕਾਵਟ, ਕਮਜ਼ੋਰੀ, ਦਿਲ ਕੱਚਾ ਹੋਣਾ, ਉਲਟੀਆਂ, ਟੱਟੀਆਂ, ਸੈੱਲ ਘਟ ਜਾਣੇ, ਵਾਲਾਂ ਦਾ ਝੜਨਾ, ਭੁੱਖ ਮਰਨੀ, ਯਾਨੀ ਬਹੁਤ ਕੁਝ ਨਾਲ ਸਹਿਣਾ ਪੈਂਦਾ ਜੇ ਉਹ ਨਾਲ ਦੀਆਂ ਦਵਾਈਆਂ ਨਾਲ। ਹੁਣ ਇਹਦੇ ਵਿੱਚ ਇੱਕ ਇੰਟਰਸਟਿੰਗ ਚੀਜ਼ ਦੱਸਦੀ ਆ ਕਿ ਇੱਕ ਨਵਾਂ ਇਲਾਜ ਸਾਡੇ ਕੋਲ ਆ ਚੁੱਕਿਆ, ਜਿਸ ਨਾਲ ਬੜਾ ਸਪੈਸੀਫਾਈਡ ਟ੍ਰੀਟਮੈਂਟ ਹੁੰਦੀ ਜੇ, ਜਿਹਦੇ ਲਈ ਕਿਉਂਕਿ ਪ੍ਰੋਗਰਾਮ ਬਹੁਤ ਸੁਣਿਆ ਜਾਂਦਾ ਤੇ ਸਾਨੂੰ ਇਸ ਵਾਰ ਬੜੀਆਂ ਨਾਮਵਰ ਹਸਤੀਆਂ ਨੇ ਕਿਹਾ ਇਸ ਤੇ ਗੱਲ ਕਰੋ, ਜਿਨ੍ਹਾਂ ਦੇ ਆਪ ਪਹੁੰਚ ਉੱਪਰ ਤੱਕ ਵੀ ਹੈ। ਉਹਨਾਂ ਦੇ ਅੱਗੇ ਬੇਨਤੀ ਕਰ ਸਕਦੇ ਆ ਕਿ ਜੇ ਸਰਕਾਰਾਂ ਨੂੰ ਕਿਤੇ ਇਹੋ ਜਿਹੀ ਸਲਾਹ ਦੇ ਦਿਓ ਕਿ ਜਿੱਥੇ ਕੈਂਸਰ ਟ੍ਰੀਟਮੈਂਟ ਫ੍ਰੀ ਕਰਦੇ ਨੇ, ਉੱਥੇ ਐਡਵਾਂਸਡ ਕੈਂਸਰ, ਜਿਹਦੇ ਕਿ ਮੈਂ ਤੁਹਾਨੂੰ ਜੋ ਦੱਸਣ ਲੱਗੀ ਹਾਂ ਵਾਕਈ ਬੜਿਆਂ ਦੀ ਜਾਨ ਬਚਾ ਸਕਦੀ ਹੈ। ਸੋ ਇਹੋ ਜਿਹਾਂ ਤੇ ਜੇ ਆਪਾਂ ਕਿਸੇ ਹੀ ਤਰੀਕੇ ਇਹਨਾਂ ਦੀ ਕੈਂਸਰ ਦੇ ਪੇਸ਼ੈਂਟਸ ਦੀ ਇਸ ਪਾਸੇ ਵੱਲ ਵੀ ਥੋੜਾ ਧਿਆਨ ਕਰੀਏ, ਜਿੱਥੇ ਮਹਿੰਗਾ ਇਲਾਜ ਪਰ ਫ੍ਰੀ ਹੋ ਸਕੇ ਤਾਂ ਜ਼ਰੂਰ ਇੱਕ ਪੈਪ ਸਮੀਅਰ ਕੰਪਲਸਰੀ ਫ੍ਰੀ ਕਰ ਦਿੱਤਾ ਜਾਵੇ ਤੇ ਆ ਕੇ ਜਲਦੀ ਉਹ ਅਸੀਂ ਲੱਭ ਸਕੀਏ। ਦੂਜਾ ਹੁਣ ਇੱਕ ਦੇਖੋ ਇੰਟਰਸਟਿੰਗ ਜੋ ਹੈ ਕਿ ਇਹਦੇ ਵਿੱਚ ਇੱਕ ਉਹ ਪ੍ਰੋਟੀਨ ਜੋ ਕੈਂਸਰ ਸੈੱਲਾਂ ਨੂੰ ਖੁਰਾਕ ਪਹੁੰਚਾਉਂਦੀ ਹੈ ਜੀ, ਜਿਹਨੂੰ ਅਸੀਂ ਵੈਸਕੂਲਰ ਐਂਡੋਥੀਲੀਅਲ ਗਰੋਥ ਫੈਕਟਰ ਕਹਿੰਦੇ ਆ, ਇਹਦੇ ਇਸ ਪ੍ਰੋਟੀਨ ਨੂੰ ਮੁਕਾ ਦਿੱਤਾ ਜਾਂਦਾ ਹੈ ਕਿ ਤਾਂ ਕਿ ਕੈਂਸਰ ਸੈੱਲ ਆਪੇ ਹੀ ਮਰ ਜਾਣ, ਉਹਨਾਂ ਨੂੰ ਖੁਰਾਕ ਹੀ ਨਹੀਂ ਪਹੁੰਚੇ। ਸੋ ਐਵਾਸਟਿਨ ਹੈ ਇਹ ਦਵਾਈ ਜਿਹੜੀ ਦਿੱਤੀ ਜਾਂਦੀ ਹੈ, ਐਡਵਾਂਸਡ ਜੇ, ਇਹ ਬੜੇ ਸਾਲਾਂ ਦੀ ਖੋਜ ਤੋਂ ਬਾਅਦ ਲੱਭੀ ਗਈ, ਪਰ ਇਹਨੇ ਇੱਕ ਰੈਵੋਲਿਊਸ਼ਨ ਜਿਵੇਂ ਕਹੀਦਾ ਨਾ, ਉਸ ਤਰ੍ਹਾਂ ਕ੍ਰਾਂਤੀ ਲਿਆ ਦਿੱਤੀ ਹੈ ਇਲਾਜ ਵਿੱਚ ਕਿ ਇਸ ਤਰ੍ਹਾਂ ਆਪੇ ਹੀ ਉਹ ਝੜ ਕੇ ਮਰ ਜਾਣ, ਯਾਨੀ ਇੰਨੀਆਂ ਤੇਜ਼ ਦਵਾਈਆਂ ਦੇਣ ਦੀ ਲੋੜ ਨਹੀਂ ਪੈਂਦੀ। ਪਰ ਕਿਉਂਕਿ ਇਹ ਮਹਿੰਗੀ ਜੇ ਤਾਂ ਸਰਕਾਰ ਇਸ ਪਾਸੇ ਧਿਆਨ ਦੇਵੇ, ਬੜੀ ਅੱਛੀ ਗੱਲ ਹੋਏਗੀ। ਕਿ ਇਮਿਊਨ ਥੈਰੇਪੀ ਹੁਣ ਆ ਗਈ ਜੇ ਬੜੀ ਮਜ਼ੇਦਾਰ, ਜਿਸ ਵਿੱਚ ਤੁਸੀਂ ਇਹ ਵੀ ਕਮਾਲ ਹੈ ਕਿ ਸਰੀਰ ਦੇ ਆਪਣੇ ਇਮਿਊਨ ਸੈੱਲਾਂ ਨੂੰ ਤਗੜਾ ਕਰ ਦਿੱਤਾ ਜਾਂਦਾ ਤਾਂ ਕਿ ਉਹ ਕੈਂਸਰ ਦੇ ਸੈੱਲਾਂ ਨੂੰ ਮਾਰ ਦੇਣ। ਹੁਣ ਇਹ ਕਰਦੇ ਕੀ ਨੇ ਕਿ ਆਪਣੇ ਇਮਿਊਨ ਸੈੱਲ ਜੋ ਤਿਆਰ ਹੁੰਦੇ ਨੇ, ਉਹ ਕੈਂਸਰ ਦੇ ਸੈੱਲਾਂ ਨੇ ਆਪਣੇ ਬਾਹਰ ਨਿੱਕੇ ਨਿੱਕੇ ਇੱਕ ਤਰ੍ਹਾਂ ਦੇ ਸੈਂਸਰ ਲਾਏ ਹੁੰਦੇ ਨੇ ਕਿ ਜਿਹੜੇ ਜਦੋਂ ਹੀ ਇਮਿਊਨ ਸੈੱਲ ਆਣਗੇ ਤੇ ਉਹ ਆਪਣੇ ਬਾਹਰ ਪਰਤ ਬਣਾ ਲੈਂਦੇ ਨੇ ਤੇ ਉਹ ਅੰਦਰ ਵੜ ਹੀ ਨਹੀਂ ਸਕਦੇ। ਠੀਕ ਹੈ। ਹੁਣ ਇਹ ਜਦੋਂ ਤੇਜ਼ ਕੀਤੀ ਜਾਂਦਾ ਆਪਣਾ ਇਮਿਊਨ ਸਿਸਟਮ, ਉਹ ਸੈਂਸਰਾਂ ਨੂੰ ਉਡਾ ਦਿੰਦਾ। ਸੋ ਉਹਦੇ ਨਾਲ ਇਹ ਆਪਣੇ ਇਮਿਊਨ ਟੀ ਸੈੱਲ ਸਾਡੇ ਹੁੰਦੇ ਨੇ, ਉਹ ਕੈਂਸਰ ਦੇ ਸੈੱਲਾਂ ਨੂੰ ਫਿਰ ਵਧਣ ਫੁੱਲਣ ਹੀ ਨਹੀਂ ਦਿੰਦੇ, ਫਿਰ ਉਹ ਜੱਫਾ ਮਾਰ ਕੇ ਉਹਨਾਂ ਨੂੰ ਖਾ ਜਾਂਦੇ ਨੇ। ਜੀ ਜੀ। ਇਹ ਨੇ ਐਡਵਾਂਸਡ ਕੈਂਸਰ ਥੈਰੇਪੀਜ਼, ਜਿਨ੍ਹਾਂ ਨੇ ਵਧੇ ਹੋਏ ਕੈਂਸਰ ਦਾ ਵੀ ਕਾਫੀ ਲੰਮੇ ਸਮੇਂ ਤੱਕ ਔਰਤਾਂ ਨੂੰ ਯਾਨੀ ਵਧੀਆ ਜ਼ਿੰਦਗੀ ਜੀਣ ਲਈ ਤਿਆਰ ਕਰ ਦਿੱਤਾ ਹੋਇਆ। ਸੋ ਇੱਕ ਰੈਵੋਲਿਊਸ਼ਨ ਜੇ ਜੋ ਖੋਜਾਂ ਦੇ ਆਧਾਰ ਉੱਤੇ ਆਪਾਂ ਦੱਸ ਸਕਦੇ ਹਾਂ, ਜਿਵੇਂ ਆਪਾਂ ਹਮੇਸ਼ਾ ਹੀ ਇਸ ਪ੍ਰੋਗਰਾਮ ਵਿੱਚ ਖੋਜਾਂ ਦੇ ਉੱਤੇ ਆਧਾਰਿਤ ਗੱਲ ਕਰਦੇ ਹਾਂ, ਪਰ ਇਹ ਖੋਜਾਂ ਵਾਕਈ ਕਮਾਲ ਕਰ ਰਹੀਆਂ ਨੇ। ਮੇਰਾ ਖਿਆਲ ਹੈ ਜੇ ਆਪਣੇ ਪ੍ਰੋਗਰਾਮ ਦਾ ਨਾਂ ਹੀ ਤੁਹਾਨੂੰ ਪਤਾ ਹੈ ਕੀ ਹੈ ਤੇ ਖੁਰਾਕ ਬਾਰੇ ਤਾਂ ਦੱਸਣਾ ਪੈਣਾ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਬਿਲਕੁਲ ਇਹ ਤਾਂ ਜ਼ਰੂਰੀ ਹੈ। ਸੋ ਖਾਲਸ ਖਾਨਾ ਦੇ ਵਿੱਚ ਆਪਾਂ ਖੁਰਾਕ ਦੀ ਗੱਲ ਨਾ ਕਰੀਏ ਤਾਂ ਮਾੜਾ ਹੋਏਗਾ। ਬਿਲਕੁਲ ਡਾਕਟਰ ਸਾਹਿਬ, ਤੇ ਨਾਲੇ ਇਹ ਹੈ ਕਿ ਇਹ ਚੀਜ਼ਾਂ ਦੱਸਣੀਆਂ ਵੀ ਬਹੁਤ ਜ਼ਰੂਰੀ ਨੇ ਕਿ ਆਪਾਂ ਨੂੰ ਬਿਮਾਰੀ ਹੋਵੇ ਹੀ ਨਾ, ਉਹਦੇ ਲਈ ਬਚਾਅ ਕੀ ਰੱਖਣਾ ਹੈਗਾ ਉਹ ਵੀ ਆਪਾਂ ਜ਼ਰੂਰ ਦਰਸ਼ਕਾਂ ਨੂੰ ਦੱਸੀਏ। ਖਾਣਾ ਪਹਿਲਾਂ ਦੱਸੀਏ। ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਖਾਣਾ ਦੱਸਣ ਤੋਂ ਬਾਅਦ ਜ਼ਰੂਰ ਦੱਸਾਂਗੇ ਕਿ ਕਿਵੇਂ ਇਸ ਤੋਂ ਬਚਾਓ ਕੀਤਾ ਜਾ ਸਕਦਾ। ਸੋ ਇੱਕ ਵੀ ਜੇ ਸਾਡੀ ਭੈਣ ਇਸ ਬਿਮਾਰੀ ਤੋਂ ਬਚਦੀ ਹੈ, ਸਾਡੀ ਬੱਚੀ ਇਸ ਬਿਮਾਰੀ ਤੋਂ ਬਚਦੀ ਹੈ, ਅਸੀਂ ਸਮਝਾਂਗੇ ਸਾਡਾ ਪ੍ਰੋਗਰਾਮ ਕਰਨਾ ਸਫਲ ਹੋ ਗਿਆ। ਬਿਲਕੁਲ ਬਿਲਕੁਲ ਡਾਕਟਰ ਸਾਹਿਬ। ਸੋ ਬਾਕੀ ਸਵਾਲ ਤੁਸੀਂ ਜ਼ਰੂਰ ਸੁਣ ਲਿਓ, ਜੇ ਕਿਸੇ ਦੇ ਹੋਣਗੇ ਆਪਾਂ ਉਹਨਾਂ ਦਾ ਅਗਲੀ ਵਾਰ ਜਵਾਬ ਜ਼ਰੂਰ ਦੇ ਦਿਆਂਗੇ। ਹਾਂਜੀ ਬਿਲਕੁਲ, ਸਾਡੇ ਸਾਰੇ ਦਰਸ਼ਕ ਕਮੈਂਟ ਦੇ ਵਿੱਚ ਜ਼ਰੂਰ ਸਾਨੂੰ ਸਵਾਲ ਆਪਣੇ ਭੇਜ ਸਕਦੇ ਨੇ ਤੇ ਨਾਲ ਹੀ ਈਮੇਲ ਵੀ ਕਰ ਸਕਦੇ ਨੇ। ਈਮੇਲ ਸਾਡੀ ਲਗਾਤਾਰ ਇੱਥੇ ਫਲੈਸ਼ ਹੋ ਰਹੀ ਹੈ, ਨੀਚੇ ਸਕਰੋਲ ਦੇ ਉੱਤੇ ਤੁਸੀਂ ਨੋਟ ਕਰ ਸਕਦੇ ਹੋ। ਜੀ ਡਾਕਟਰ ਸਾਹਿਬ। ਬਿਲਕੁਲ, ਪਰ ਮੈਂ ਫਿਰ ਇੱਕ ਬੇਨਤੀ ਕਰ ਦਿਆਂ ਕਿ ਕਿਰਪਾ ਕਰਕੇ ਮੈਨੂੰ ਫੋਨ ਕਰੋਗੇ ਵੀ ਤੇ ਮੈਨੂੰ ਜਵਾਬ ਹੀ ਦੇਣਾ ਪਏਗਾ, ਕਿਉਂਕਿ ਕੈਂਸਰ ਵਰਗੀ ਚੀਜ਼ ਆਪਾਂ ਫੋਨ ਦੇ ਉੱਤੇ ਜਦੋਂ ਗੱਲਾਂ ਕਰਦੇ ਹਾਂ, ਉਹ ਮਤਲਬ ਹੁੰਦਾ ਕਿ ਅਸੀਂ ਆਪਣਾ ਡਾਇਗਨੋਸਿਸ ਡਿਲੇ ਕਰ ਰਹੇ ਹਾਂ। ਜੀ ਜੀ। ਰੱਬ ਦਾ ਵਾਸਤਾ ਜੇ
ਮੈਂ ਉੱਥੇ ਅਵੇਲੇਬਲ ਆ ਰਜਿੰਦਰਾ ਹਸਪੀਟਲ ਦੇ ਵਿੱਚ। ਤੁਸੀਂ ਕਿਸੇ ਵੀ ਦਿਨ ਕੋਈ ਪੈਸਾ ਨਹੀਂ ਲਾਉਣ ਦੀ, ਧੇਲਾ ਨਹੀਂ ਲਾਉਣ ਦੀ ਲੋੜ, ਉੱਥੇ ਪਹੁੰਚ ਸਕਦੇ ਹੋ। ਪਰ ਬਿਲਕੁਲ ਫੋਨ ਉੱਤੇ ਸਲਾਹਾਂ ਜਦੋਂ ਆਪਾਂ ਇਹੋ ਜੀ ਬਿਮਾਰੀ ਦੀਆਂ ਲੈਣੇ ਆ ਤਾਂ ਉਹ ਅਸੀਂ ਮੌਤ ਦਾ ਦਰਵਾਜ਼ਾ ਹੀ ਖੜਕਾ ਰਹੇ ਹੁੰਨੇ ਆ, ਬਿਲਕੁਲ ਸਮਾਂ ਜ਼ਾਇਆ ਕਰ ਰਹੇ ਹੁੰਨੇ ਆ। ਸੋ ਇਹਦੀ ਕਿਰਪਾ ਕਰਕੇ ਫੋਨਾਂ ਉੱਤੇ ਦੀ ਪੁੱਛ ਗਿੱਛ ਨਾ ਕਰਿਓ। ਬਿਲਕੁਲ, ਕਿਉਂਕਿ ਇੱਕ ਚੀਜ਼ ਹੀ ਦਰਅਸਲ ਆਪਾਂ ਸਮਝ ਲਈਏ ਕਿ ਸਰੀਰ ਦੀ ਬਿਮਾਰੀ ਹੈ ਤੇ ਡਿਜੀਟਲ ਤਰੀਕੇ ਨਾਲ ਅਸੀਂ ਠੀਕ ਨਹੀਂ ਕਰ ਸਕਦੇ, ਫਿਜ਼ੀਕਲੀ ਜਾਣਾ ਪਊਗਾ। ਜੀ ਡਾਕਟਰ ਸਾਹਿਬ। ਬਿਲਕੁਲ। ਹੁਣ ਆਪਾਂ ਕਰੀਏ ਖੁਰਾਕ ਦੀ ਗੱਲ, ਕਿ ਕੈਂਸਰ ਦੇ ਸੈੱਲ ਦਰਅਸਲ ਸਰੀਰ ਅੰਦਰੋਂ ਖੁਰਾਕ ਖੋ ਲੈਂਦੇ ਨੇ। ਤੇ ਜੀ ਆਪਾਂ ਜਿਵੇਂ ਗੱਲ ਕੀਤੀ ਕਿ ਇਮਿਊਨ ਸਿਸਟਮ ਨੂੰ ਤਗੜਾ ਵੀ ਕਰਨਾ, ਤੇ ਇਹਦਾ ਮਤਲਬ ਹੈ, ਮੇਰਾ ਖਿਆਲ ਹੈ ਕਿ ਵਿੱਚ ਬੱਚਾ ਨਾਲ ਸਾਡੇ ਪਹੁੰਚ ਗਿਆ ਵੀ ਮੈਨੂੰ ਜ਼ਿਆਦਾ ਜੀ ਅੱਛਾ ਡਾਕਟਰ ਲੱਗ ਸਾਹਿਬ, ਰਿਹਾ ਮੈਂ ਨਾ ਹੁਣੇ ਪ੍ਰੋਗਰਾਮ। ਮਾਫੀ ਮੰਗਣਾ ਚਾਹੁੰਦੀ ਸੀ ਕਿ ਮੈਂ ਐਕਚੁਅਲੀ ਇੱਥੇ ਘਰ ਦੇ ਵਿੱਚੋਂ ਕਰ ਰਹੀ ਸੀ ਪ੍ਰੋਗਰਾਮ ਰਿਕਾਰਡ, ਤੇ ਸਾਡੇ ਘਰ 2 ਬੱਚੇ ਆਏ ਹੋਏ ਨੇ ਛੋਟੇ ਛੋਟੇ, ਉਹ ਆਵਾਜ਼ਾਂ ਮਾਰ ਰਹੇ ਨੇ। ਸਾਰੇ ਦਰਸ਼ਕਾਂ ਤੋਂ ਆਪਾਂ ਮਾਫੀ ਮੰਗ ਲੈਂਦੇ ਆ। ਜ਼ਰੂਰ ਜੀ, ਰੌਣਕ ਤਾਂ ਪ੍ਰੋਗਰਾਮ 'ਚ ਰਹਿਣੀ ਚਾਹੀਦੀ ਹੈ, ਵਰਨਾ ਪ੍ਰੋਗਰਾਮ ਵੀ ਰੌਣਕ ਹੋ ਜਾਂਦਾ ਹੈ। ਬਿਲਕੁਲ ਬਿਲਕੁਲ। ਖੈਰ, ਸਰੀਰ ਜਦੋਂ ਕਮਜ਼ੋਰ ਪੈਣ ਲੱਗ ਪਵੇ ਦਾ ਮਤਲਬ ਏ ਇਹਨੂੰ ਸੰਤੁਲਿਤ ਖੁਰਾਕ ਦੀ ਲੋੜ ਏ। ਦੇਖੋ, ਕਈ ਵਾਰ ਇਲਾਜ ਵਜੋਂ ਜੋ ਦਵਾਈਆਂ ਖਾਧੀਆਂ ਜਾਂਦੀਆਂ ਉਹ ਵੀ ਭੁੱਖ ਮਾਰ ਦਿੰਦੀਆਂ। ਸੋ ਇਸ ਕਰਕੇ ਖੁਰਾਕ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਕਿ ਕੈਲਰੀਆਂ ਵੀ ਪੂਰੀਆਂ ਜਾਣ, ਜੀ ਤੇ ਉਹਦੇ ਵਿੱਚ ਸਾਨੂੰ ਯਾਨੀ ਉਹ ਖੁਰਾਕ ਜਿਹੜੀ ਸੌਖਿਆਂ ਹਜ਼ਮ ਹੋ ਜਾਂਦੀ ਹੋਵੇ। ਜੀ ਕਿਉਂਕਿ ਭਾਰੀ ਜਿਵੇਂ ਖੁਰਾਕ ਉਸ ਸਮੇਂ ਕਈ ਵਾਰ ਦਿਲ ਹੀ ਨਹੀਂ ਕਰਦਾ, ਜਾਂ ਦੱਸਿਆ ਨਾ, ਉਲਟੀਆਂ ਵੀ, ਦਿਲ ਕੱਚਾ ਵੀ, ਬਹੁਤ ਬੁਰਾ ਹਾਲ ਹੁੰਦਾ ਹੈ। ਸੋ ਹਾਂਜੀ ਉਸ ਕਾਰਨ, ਪਰ ਕਿਉਂਕਿ ਕੈਲਰੀਆਂ ਵੀ ਚਾਹੀਦੀਆਂ ਨੇ, ਪ੍ਰੋਟੀਨ ਵੀ ਚਾਹੀਦੀ ਹੈ, ਸੋ ਤੁਸੀਂ ਸਿੰਪਲ ਜਿਹੀ ਚੀਜ਼ ਜਿਵੇਂ ਦੁੱਧ ਵਿੱਚ ਹੀ ਤੁਸੀਂ ਪ੍ਰੋਟੀਨ ਪਾਊਡਰ ਪਾ ਕੇ ਹੀ, ਜਿਵੇਂ ਉਸ ਤਰ੍ਹਾਂ ਦਾ ਤੁਸੀਂ ਸ਼ੇਕ ਬਣਾ ਕੇ ਲੈ ਸਕਦੇ ਹੋ। ਥੋੜੀ ਮਾਤਰਾ ਵਿੱਚ ਵੀ ਪ੍ਰੋਟੀਨ ਚਲੀ ਜਾਏਗੀ। ਉਹਦੇ ਵਿੱਚ ਹੀ ਅੱਧਾ ਕੁ ਚਮਚ ਦੇਸੀ ਘਿਓ ਐਡ ਕਰਕੇ, ਤਾਂ ਕਿ ਕੁਝ ਕੁ ਕੈਲਰੀਆਂ ਵੀ ਪੂਰੀਆਂ ਹੋਣ। ਜੀ ਇੰਜੀ ਫਰੂਟ ਜੂਸਿਸ ਵੱਖੋ ਵੱਖਰੇ, ਵਿੱਚ ਸਬਜ਼ੀਆਂ ਤਾਜ਼ੀਆਂ, ਪੁੰਗਰੀਆਂ ਦਾਲਾਂ, ਜੀ ਪਾਲਕ, ਇਹ ਬਹੁਤ ਵਧੀਆ ਨੇ। ਬਿਲਕੁਲ, ਇੰਜੀ ਕਟਹਲ, ਜਿਹਨੂੰ ਅਸੀਂ ਕਹਿੰਦੇ ਹੀ ਸ਼ਾਕਾਹਾਰੀ ਮੀਟ ਆ, ਜਿਹੜਾ ਬਣਾਉਣਾ ਇਹਦਾ ਬਹੁਤ ਔਖਾ ਹੈ। ਫਿਰ ਹੁਣ ਏਦਾਂ ਵੀ ਅੰਡਾ ਤੁਸੀਂ ਖਾ ਸਕਦੇ ਹੋ ਹਾਫ ਬੋਇਲਡ ਕਰਕੇ, ਜੋ ਕਿ ਬਿਲਕੁਲ ਜੀ। ਤੁਹਾਨੂੰ ਬੜੀਆਂ ਵਧੀਆ ਕੈਲਰੀਜ਼ ਤੇ ਕਲਾਸ 1 ਪ੍ਰੋਟੀਨ। ਇਸੇ ਤਰ੍ਹਾਂ ਚਿਕਨ ਸੂਪ ਲਿਆ ਜਾ ਸਕਦਾ ਹੈ। ਇਹ ਚੀਜ਼ਾਂ ਜਾਂ ਮੀਟ ਦੀ ਤਰੀ ਜੋ ਤੁਹਾਨੂੰ ਕਾਫੀ એનર્ਜੀ ਥੋੜੀ ਚੀਜ਼ ਵਿੱਚ ਦੇ ਦਿੰਦੀ ਹੈ, ਕੰਸਨਟ੍ਰੇਟਡ એનર્ਜੀ, ਜੋ ਕਿ ਇਲਾਜ ਵਜੋਂ ਹੀ, ਕਿਉਂਕਿ ਇਮਿਊਨਿਟੀ ਵਧਾਉਣ ਲਈ ਇਹ ਬਹੁਤ ਲਾਜ਼ਮੀ ਨੇ। ਸੋ ਇਸ ਤਰ੍ਹਾਂ ਦੀ ਚੀਜ਼ ਜਿਸ 'ਚ ਹਰੀਆਂ ਪੱਤੇਦਾਰ ਸਬਜ਼ੀਆਂ ਜੋ ਤੁਹਾਨੂੰ ਭੁੱਖ ਲਾ ਸਕਦੀਆਂ ਨੇ, ਵਿੱਚ ਨਿੰਬੂ, ਥੋੜਾ ਜਿਹਾ ਅਦਰਕ, ਥੋੜਾ ਜਿਹਾ ਨਮਕ ਪਾ ਕੇ ਉਹ ਨਾਲ ਲਿਆ ਜਾ ਸਕਦਾ। ਇਸ ਤਰ੍ਹਾਂ ਦੀ ਤੁਸੀਂ ਆਪਣੀ ਪਨੀਰ ਨੂੰ ਜਿਵੇਂ ਦੁੱਧ ਫਟਾ ਕੇ ਉਸ ਤਰ੍ਹਾਂ ਨਰਮ ਨਰਮ ਕਰਕੇ ਉਹ ਥੋੜੀ ਮਾਤਰਾ 'ਚ ਲਿਆ ਜਾ ਸਕਦਾ, ਜੀ ਵਿੱਚ ਡਾਕਟਰ ਸਾਹਿਬ। ਸ਼ਹਿਦ ਪਾ ਕੇ ਇਹ ਲਿਆ ਜਾ ਸਕਦਾ। ਹੁਣ ਇੱਕ ਸਵਾਲ ਆਮ ਪੁੱਛਿਆ ਜਾਂਦਾ ਕਿ ਜਿਹੜੀਆਂ ਨੂੰ 21, 22 ਜਾਂ 23 ਸਾਲ ਤੇ ਹੋਇਆ, ਕਿ ਗਰਭ ਠਹਿਰ ਸਕਦਾ? ਜੀ ਦੇਖੋ, ਜੇ ਤਾਂ ਵੱਧ ਗਿਆ, ਬੱਚੇਦਾਨੀ ਤੱਕ ਪਹੁੰਚ ਗਿਆ, ਫਿਰ ਤਾਂ ਬੱਚੇਦਾਨੀ ਪੂਰੀ ਕੱਢਣੀ ਪੈਣੀ ਹੈ, ਫਿਰ ਗਰਭ ਨਹੀਂ ਠਹਿਰ ਸਕਦਾ। ਜੀ ਪਰ ਡਾਕਟਰ ਇੱਕ ਸਾਹਿਬ। ਜੇ ਬਿਲਕੁਲ ਹੀ ਲੋਕਲ ਹੈ, ਪਰ ਇਹ ਨਹੀਂ ਗਿਆ, ਬਹੁਤ ਬਿਲਕੁਲ ਹੀ ਸ਼ੁਰੂਆਤੀ ਹੈ, ਤਾਂ ਇਹਨੂੰ ਇੱਕ ਰੈਡੀਕਲ ਟ੍ਰੈਕੀਲੈਕਟਮੀ ਕਹਿੰਦੇ ਆ, ਜਿਹਦੇ ਵਿੱਚ ਅਸੀਂ ਉਹਨਾਂ ਹਿੱਸਾ ਹੀ ਵੱਢ ਦਿੱਤਾ ਜਾਂਦਾ, ਬੱਚੇਦਾਨੀ ਬਚਾ ਲਈ ਜਾਂਦੀ। ਸੋ ਉਹਨਾਂ ਕੇਸਿਸ ਵਿੱਚ ਬੱਚਾ ਠਹਿਰ ਸਕਦਾ। ਪਰ ਬੜੀ ਐਡਵਾਂਸਡ ਜੇ ਇਹ ਥਾਂ ਜਿੱਥੇ ਕਿ ਕੋਈ ਛੋਟੇ ਮੋਟੇ ਹਸਪੀਟਲ ਵਿੱਚ ਨਹੀਂ ਕਰਵਾਉਣਾ ਚਾਹੀਦਾ, ਜੀ ਪੂਰੀ ਕੰਪਲੀਟ ਸਟੱਡੀ ਹੋਈ ਹੋਵੇ, ਵੀ ਇਹ ਨਾ ਹੋਏ ਇੱਕ ਵੀ ਗੰਢ ਬਚ ਜਾਏ ਤਾਂ ਫਿਰ ਉਹ ਕੈਂਸਰ ਸ਼ੁਰੂ ਹੋ ਸਕਦਾ ਜੀ। ਜੀ ਕਿਉਂਕਿ ਡਾਕਟਰ ਸਾਹਿਬ। ਫੈਲੇ ਕੈਂਸਰ 'ਚ ਦੇਖੋ ਉਮਰ ਬਹੁਤ ਥੋੜੀ ਜੇ, ਪਰ ਜੇ ਨਾ ਫੈਲਿਆ ਹੋਵੇ ਤਾਂ ਪੂਰਾ ਇਲਾਜ ਕਰਵਾਉਣ ਬਾਅਦ ਲਗਭਗ 66% ਔਰਤਾਂ ਨੇ ਜਿਹੜੀਆਂ 5 ਸਾਲ ਜ਼ਿੰਦਗੀ ਪੂਰੀ ਲੰਘਾ ਜਾਂਦੀਆਂ ਨੇ ਆਰਾਮ ਦੇ ਨਾਲ, ਜਿਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ। ਠੀਕ ਹੈ। ਯਾਨੀ ਉਹਦੇ ਵਿੱਚ ਵੀ 33% ਔਰਤਾਂ, ਜੇ ਸ਼ੁਰੂਆਤੀ ਕੈਂਸਰ ਵਿੱਚ ਵੀ 33% ਔਰਤਾਂ 5 ਸਾਲ ਪੂਰੇ ਜ਼ਿੰਦਗੀ ਨਹੀਂ ਕੱਢ ਸਕਦੀਆਂ, ਜੀ ਪਹਿਲਾਂ ਹੀ ਮੌਤ ਦੇ ਮੂੰਹ ਚਲੀਆਂ ਜਾਂਦੀਆਂ ਨੇ, ਜੇ ਇੱਕ ਅੱਧ ਗੰਢ ਵੀ ਕਿਤੇ ਰਹਿ ਗਈ ਹੈ, ਡਿਸਟੈਂਟ ਜਾਂ ਮਿਸ ਹੋ ਗਿਆ ਹੋਵੇ। ਜੀ ਸੋ ਇਸੇ ਲਈ ਮੈਨੂੰ ਲੱਗਦਾ ਕਿ ਆਪਾਂ ਬਚਾਓ ਲਈ ਢੰਗ ਦੱਸ ਦਈਏ ਤੇ ਫਿਰ ਸਾਰਿਆਂ ਨੂੰ ਅਲਵਿਦਾ ਕਵਾਂਗੇ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਇਹ ਜ਼ਰੂਰ ਆਪਾਂ ਦੱਸੀਏ ਕਿ ਹੋਵੇ ਹੀ ਨਾ ਇਹ ਸਮੱਸਿਆ। ਦੇਖੋ, ਪਹਿਲੀ ਚੀਜ਼ ਤਾਂ ਇਸ ਤੋਂ ਬਚਾਓ ਲਈ ਟੀਕਾ ਆ ਚੁੱਕਿਆ ਜੇ। ਜਿਹੜਾ ਇਸ ਦੀਆਂ 2 ਮਾਰੂ ਕਿਸਮਾਂ ਨੇ ਨਾ, HPV ਵਾਇਰਸ ਜਿਹੜੇ ਆਪਾਂ ਦੱਸਿਆ ਸੀ, ਉਹਦੇ 'ਚ 16 ਤੇ 18
ਵਾਇਰਸ ਕਿਸਮਾਂ ਨੇ ਜਿਨ੍ਹਾਂ ਤੋਂ ਇਹ ਟੀਕਾ ਬਚਾਓ ਕਰ ਦਿੰਦਾ। ਜੀ ਸੋ ਇਹ ਟੀਕਾ ਬਲਕਿ ਇੱਕ ਹੋਰ ਚੀਜ਼ ਦੱਸਦੇ ਆ, ਕਈ ਵਾਰ ਤੁਸੀਂ ਵਾਰਟ ਹੁੰਦੇ ਦੇਖੋਗੇ ਸਕਿਨ ਟੈਗਸ ਹੋਏ ਹੋਏ ਲੱਤਾਂ ਦੇ ਅੰਦਰਲੇ ਪਾਸੇ ਵੀ, ਅੰਦਰੂਨੀ ਅੰਗਾਂ ਦੇ ਆਸ-ਪਾਸ, ਜਾਂ ਤੁਹਾਡੇ ਕਿਤੇ ਹੋਰ ਵੀ ਗਲੇ ਤੇ ਜਾਂ ਕਿਸੇ ਥਾਂ ਤੇ ਤੁਹਾਨੂੰ ਵਾਰਟਸ ਦਿਸ ਰਹੇ ਨੇ ਜਾਂ ਕੱਛਾਂ 'ਚ, ਜੀ ਇਹਨਾਂ ਤੋਂ ਨਾ ਡਰਿਓ, ਇਹ ਕੈਂਸਰ ਵਿੱਚ ਤਬਦੀਲ ਨਹੀਂ ਹੁੰਦੇ। ਹਾਲਾਂਕਿ ਵਾਇਰਸ ਇਹੀ ਜੇ ਠੀਕ ਹੈ। HPV ਵਾਇਰਸ ਹੀ ਹੈ, ਪਰ ਇਹ ਕੈਂਸਰ ਵਿੱਚ ਤਬਦੀਲ ਨਹੀਂ ਹੁੰਦੇ। ਸੋ ਬਲਕਿ ਵਾਰਟਸ ਦੀਆਂ ਵੀ 2 ਕਿਸਮਾਂ ਨੇ ਜਿਹੜੀਆਂ 6 ਤੇ 11, ਇਹ ਵੀ ਇਹ ਟੀਕਾ ਜਿਹੜਾ ਇਹਨਾਂ ਤੋਂ ਨਿਜਾਤ ਪਵਾ ਦਿੰਦਾ, ਖਤਮ ਹੋ ਜਾਂਦਾ। ਜੀ ਸੋ ਇਸੇ ਲਈ ਇਹ ਕਿਉਂਕਿ ਨਾਮ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈ, ਤੇ ਬਹੁਤ ਵੱਡੀ ਗਿਣਤੀ ਸਾਡੇ ਮੁੰਡਿਆਂ ਨੂੰ ਇਹ ਟੀਕਾ ਲਾਇਆ ਹੀ ਨਹੀਂ ਜਾਂਦਾ, ਕਹਿ ਲਓ ਕਿ 90% ਨੂੰ। ਸੋ ਅਸੀਂ ਐਡਵਾਈਜ਼ ਮੇਰਾ ਖਿਆਲ ਇਸ ਪ੍ਰੋਗਰਾਮ ਰਾਹੀਂ ਕਰ ਦਈਏ ਭਾਈ, ਕਿਉਂਕਿ ਦੋਨਾਂ ਨੂੰ ਹੋ ਸਕਦਾ, ਮਰਦਾਂ ਦੇ ਵੀ ਅੰਦਰੂਨੀ ਅੰਗ ਦਾ ਜਾਂ ਉਹਨਾਂ ਦੇ ਮੂੰਹ ਦਾ ਕੈਂਸਰ ਹੋ ਸਕਦਾ। ਸੋ ਇਸ ਲਈ 9 ਤੋਂ 14 ਸਾਲ ਦੇ ਮੁੰਡੇ ਕੁੜੀਆਂ ਨੂੰ ਗਾਰਡਾਸਿਲ 9 ਟੀਕਾ ਅਵੇਲੇਬਲ ਜੇ, ਆਪਣਾ ਖਰੀਦ ਕੇ ਤੁਸੀਂ ਉਹਦੇ 12 ਮਹੀਨਿਆਂ ਦੇ ਫਰਕ ਨਾਲ ਜਾਂ 6 ਮਹੀਨਿਆਂ ਦੇ ਫਰਕ ਵਿੱਚ 2 ਟੀਕੇ ਸਿਰਫ ਲਾਉਣ ਦੀ ਲੋੜ ਹੈ ਜੀ। ਪਰ ਜੇ 15 ਸਾਲਾਂ ਤੋਂ ਵੱਧ ਉਮਰ ਹੈ ਤਾਂ ਫਿਰ 6 ਮਹੀਨੇ ਦੇ ਵਿੱਚ ਤੁਹਾਨੂੰ 3 ਟੀਕੇ ਲਾਣੇ ਜ਼ਰੂਰੀ ਨੇ, ਮੁੰਡਿਆਂ ਨੂੰ ਵੀ ਤੇ ਕੁੜੀਆਂ ਨੂੰ ਵੀ, ਦੋਨਾਂ ਨੂੰ। ਸੋ ਇਹ ਵਾਇਰਸ ਦੇ ਕੀਟਾਣੂਆਂ ਦੇ ਹਮਲੇ ਨੂੰ ਰੋਕਦਾ। ਤੇ ਇਹ ਪਰ ਇੱਕ ਅਹਿਮ ਚੀਜ਼ ਦੱਸਦੇ ਆ, ਜੇ ਬਿਮਾਰੀ ਸ਼ੁਰੂ ਹੋ ਚੁੱਕੀ ਹੈ ਜਾਂ ਵਾਇਰਸ ਅੰਦਰ ਨੇ ਉਹਨੇ ਕੁਛ ਖਰਾਬੀ ਸ਼ੁਰੂ ਕਰ ਦਿੱਤੀ ਹੈ, ਤਾਂ ਇਹ ਇਲਾਜ ਵਜੋਂ ਇਹ ਉੱਕਾ ਬੇਅਸਰ ਹੈ, ਇਹ ਰੋਕ ਨਹੀਂ ਸਕਦਾ। ਫਿਰ ਇਹ ਸਿਰਫ ਉਦੋਂ ਹੀ ਰੋਕੇਗਾ ਜਦੋਂ ਜੇ ਹੱਲਾ ਨਹੀਂ ਹੋਇਆ। ਇਸੇ ਲਈ ਅਸੀਂ ਐਡਵਾਈਜ਼ ਕਰਦੇ ਹਾਂ ਕਿ ਜਦੋਂ ਤੱਕ ਸਰੀਰਕ ਸੰਬੰਧ ਅਜੇ ਹੋਏ ਹੀ ਨਹੀਂ, ਤਾਂ ਉਸ ਸਮੇਂ ਹੀ ਬੱਚੇ ਨੂੰ, ਯਾਨੀ 9 ਤੋਂ 14 ਸਾਲ ਦੇ ਵਿੱਚ ਹੀ ਲਾ ਦਿੱਤਾ ਜਾਵੇ, ਤਾਂ ਫਿਰ ਇਹ ਉੱਕਾ ਹੀ ਸਾਨੂੰ ਖਤਰੇ ਦੀ ਲਗਭਗ ਬਹੁਤ ਘੱਟ ਰਹਿ ਜਾਂਦਾ, ਨਾ ਹੁੰਦਾ ਨਹੀਂ। ਸੋ ਇਸੇ ਲਈ ਇਹ ਜ਼ਰੂਰੀ ਜੇ ਕਿ ਇਹ ਟੀਕਾ ਲਗਭਗ ਹਰ ਕਿਸੇ ਨੂੰ ਲਵਾਇਆ ਜਾਏ, ਕਿਉਂਕਿ ਇਹ ਟੀਕਾ ਕੈਂਸਰ ਵਰਗੀ ਬਿਮਾਰੀ ਤੋਂ ਨਿਜਾਤ ਪਵਾ ਸਕਦਾ, ਤਾਂ ਫਿਰ ਕਿਉਂ ਨਾ ਲਾਇਆ ਜਾਵੇ। ਬਸ ਇੱਕ ਆਖਰੀ ਇਸ ਪ੍ਰੋਗਰਾਮ ਰਾਹੀਂ ਬੇਨਤੀ ਹੈ ਸਰਕਾਰ ਨੂੰ ਕਿ ਇਹ ਟੀਕਾ ਵੀ ਜੇ ਸਾਡੇ ਕਿਤੇ ਫ੍ਰੀ ਮੁਹੱਈਆ ਹੋਣਾ ਸ਼ੁਰੂ ਹੋ ਜਾਏ, ਜੇ ਸੈਂਟਰਲ ਗਵਰਨਮੈਂਟ ਕੁਛ ਨਾਲ ਸਪੋਰਟ ਕਰਕੇ ਸਾਰੇ ਹਿੰਦੁਸਤਾਨ ਵਿੱਚ ਹੀ ਜੇ ਸਾਡੀ ਇਹਦੀ ਵੀ ਅਵੇਲੇਬਿਲਿਟੀ ਜਿਵੇਂ ਬਾਕੀ ਟੀਕੇ ਲੱਗਣੇ ਸ਼ੁਰੂ ਹੋ ਜਾਣ, ਤਾਂ ਸਾਡੀ ਬਹੁਤ ਅਹਿਮ, ਸੋਚ ਸਕਦੇ ਹੋ 24,000 ਦੇ ਕਰੀਬ ਹਰ ਸਾਲ ਦੇ ਨਵੇਂ ਕੇਸ, ਤੇ ਫਿਰ ਪੁਰਾਣੇ ਨਾਲੋਂ ਨਾਲ ਚੱਲਦੇ ਜਿਨ੍ਹਾਂ ਨੇ 5 ਸਾਲ ਤੋਂ ਪਹਿਲਾਂ ਦੁਨੀਆ ਨੂੰ ਅਲਵਿਦਾ ਕਹਿ ਜਾਣਾ, ਕਿੰਨੀ ਭਾਰੀ ਗਿਣਤੀ ਜੇ। ਤੇ ਫਿਰ ਉਹਦੇ ਨਾਲ ਆਪਣੇ ਤੁਸੀਂ ਲੋਕਾਂ ਨਾਲਦਿਆਂ ਦਾ, ਘਰ ਵਾਲਿਆਂ ਦਾ ਵੀ, ਬਾਕੀ ਕੰਮਕਾਰ ਵੀ ਛੁੱਟਿਆ, ਘਰ-ਬਾਰ ਵਿਕ ਜਾਂਦੇ ਨੇ ਇਲਾਜ ਵਿੱਚ। ਸੋ ਇਹ ਚੀਜ਼ ਤੋਂ ਅਸੀਂ ਬਚਾਓ ਵਾਸਤੇ ਜੇ ਟੀਕਾ ਮੁਹੱਈਆ ਹੋ ਜਾਵੇ ਤਾਂ ਬਹੁਤ ਵਧੀਆ ਗੱਲ ਹੋਏਗੀ। ਜੀ ਡਾਕਟਰ ਸਾਹਿਬ ਜੀ, ਬਹੁਤ ਜਾਣਕਾਰੀ ਦੀ ਲੋੜ ਸੀ ਇਸ ਦੀ, ਕਿਉਂਕਿ ਜਿਵੇਂ ਪਹਿਲਾਂ ਹੀ ਆਪਾਂ ਦੱਸਿਆ ਕਿ ਬਹੁਤ ਸਾਰੇ ਫੋਨ ਕਾਲਸ ਆਏ ਸੀ, ਸਾਨੂੰ ਵੀ ਆਈਆਂ ਇਸ ਤਰ੍ਹਾਂ ਦੀਆਂ ਰਿਕੁਐਸਟ, ਤੇ ਤੁਹਾਨੂੰ ਵੀ ਆਈਆਂ ਨੇ, ਇਸ ਕਰਕੇ ਇਸ ਮੁੱਦੇ ਤੇ ਆਪਾਂ ਪ੍ਰੋਗਰਾਮ ਕੀਤਾ। ਤੇ ਜ਼ਰੂਰ ਇਸ ਵਾਰੀ ਡਾਕਟਰ ਸਾਹਿਬ ਦੇ ਕਹਿਣ ਤੋਂ ਪਹਿਲਾਂ ਮੈਂ ਕਹਾਂਗੀ ਕਿ ਜ਼ਰੂਰ ਸਾਂਝਾ ਕਰਿਓ ਇਹ ਪ੍ਰੋਗਰਾਮ, ਕਿਉਂਕਿ ਇੱਕ ਗੰਭੀਰ ਬਿਮਾਰੀ ਦੇ ਨਾਲ ਜੁੜਿਆ ਹੋਇਆ ਮਸਲਾ ਹੈ। ਬਿਲਕੁਲ, ਮੈਂ ਤੇ ਸੱਚਮੁੱਚ ਅੱਜ ਜਿਵੇਂ ਹਾਸੇ ਠੱਠੇ ਚ ਕਹੀਦਾ ਸੀ, ਫਰਕ ਨਹੀਂ ਪੈਣਾ, ਰੱਬ ਨਾ ਕਰੇ ਕਿਸੇ ਨੂੰ ਵੀ ਇਹ ਬਿਮਾਰੀ ਹੋਵੇ, ਪਰ ਫਿਰ ਵੀ ਅਸੀਂ ਆਪਣੀਆਂ ਹੀ ਸਾਥਣਾਂ, ਆਪਣੀਆਂ ਹਾਨਣਾਂ ਨੂੰ, ਆਪਣੀਆਂ ਬੇਟੀਆਂ ਨੂੰ, ਆਪਣੀਆਂ ਮਾਵਾਂ ਨੂੰ ਜੇ ਬਚਾਉਣਾ ਚਾਹੁੰਦੇ ਆ, ਜਾਂ ਆਪਣੇ ਪੁੱਤਰਾਂ ਨੂੰ, ਆਪਣੇ ਜਵਾਨ ਪੁੱਤਰਾਂ ਨੂੰ, ਆਪਣੇ ਪਤੀਆਂ ਨੂੰ, ਆਪਣੇ ਪਿਓਆਂ ਨੂੰ ਬਚਾਉਣਾ ਚਾਹੁੰਦੇ ਆ, ਤਾਂ ਇਹ ਪ੍ਰੋਗਰਾਮ ਜ਼ਰੂਰ ਸ਼ੇਅਰ ਕਰੋ ਉਹਨਾਂ ਨੂੰ। ਜਿਸ ਥਾਂ ਤੋਂ ਅਸੀਂ ਇੱਕ ਕੈਂਸਰ ਵਰਗੀ ਚੀਜ਼ ਤੋਂ ਕਿਸੇ ਨੂੰ ਬਚਾ ਸਕਾਂਗੇ, ਤਾਂ ਫਿਰ ਮੈਨੂੰ ਲੱਗਦਾ ਇਸ ਤੋਂ ਵੱਡਾ ਪੁੰਨ ਹੋ ਨਹੀਂ ਸਕਦਾ। ਸੋ ਜੇ ਜਾਣਕਾਰੀ ਅਗਾਂਹ ਤੋਰ ਦਈਏ ਤਾਂ ਬੜੀ ਅੱਛੀ ਗੱਲ ਹੋਏਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇੰਨਾ ਮਤਲਬ ਸਟੱਡੀ ਕਰਕੇ, ਵੈਸੇ ਹੈਗੇ ਤੁਸੀਂ ਡਾਕਟਰ ਹੀ ਹੋ, ਬਟ ਫਿਰ ਵੀ ਸਟੱਡੀ ਕਰਕੇ ਖਾਸ ਤੌਰ ਤੇ ਸਾਡੇ ਦਰਸ਼ਕਾਂ ਦੇ ਲਈ ਤੁਸੀਂ ਪ੍ਰੋਗਰਾਮ ਲੈ ਕੇ ਆਉਂਦੇ ਹੋ, ਉਹਨਾਂ ਦੇ ਬਚਾਅ ਦੱਸਦੇ ਹੋ, ਉਹਨਾਂ ਦੇ ਲੱਛਣ ਦੱਸਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਰੱਬ ਤੁਹਾਨੂੰ ਹਮੇਸ਼ਾ ਸੁਖੀ ਰੱਖੇ, ਤੰਦਰੁਸਤ ਰੱਖੇ। ਜੀ ਬਿਲਕੁਲ, ਜਾਂਦੇ ਜਾਂਦੇ ਫਿਰ ਉਹੀ ਦੁਆ ਅਸੀਂ ਦੇਣਾ ਚਾਹੁੰਦੇ ਹਾਂ, ਖੁਸ਼ ਰਹੋ, ਤੰਦਰੁਸਤ ਰਹੋ, ਆਬਾਦ ਰਹੋ, ਤੁਹਾਡੇ ਘਰ ਖੁਸ਼ੀਆਂ ਖੇੜਿਆਂ ਨਾਲ ਭਰਿਆ ਰਹਿਣ। ਸਾਡੇ ਤਾਂ ਬਸ ਇਹੋ ਦੁਆ ਹੈ ਖਾਲਸ ਖਾਣਾ ਰਾਹੀਂ ਕਿ ਤੁਸੀਂ ਸਾਰੇ ਜਿੰਨੇ ਕੁ ਖੁਸ਼ ਤੇ ਹੋਵੋਗੇ ਉਹਨਾਂ ਕੁ ਖੇੜਾ ਜ਼ਰੂਰ ਅਗਾਂਹ ਵੰਡਦੇ ਰਹੋ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਗਲੇ ਹਫਤੇ ਫੇਰ ਮਿਲਦੇ ਹਾਂ ਖਾਲਸ ਖਾਣਾ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।